ਹੈਲੋ ਸਟੂਡੈਂਟਸ ਇਸ ਲੈਕਚਰ ਦੇ ਵਿੱਚ ਅਸੀਂ ਗੱਲ ਕਰਾਂਗੇ ਨੀਡ ਐਂਡ ਸਕੋਪ ਆਫ ਕਾਰਪੋਰੇਟ ਗਵਰਨੈਂਸ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਨੀਡ ਬਾਰੇ ਤੇ ਫਿਰ ਗੱਲ ਕਰਾਂਗੇ ਸਕੋਪ ਬਾਰੇ। ਤੇ ਇਸ ਲੈਕਚਰ ਦਾ ਵੀ ਮੀਡੀਅਮ ਆਫ ਇੰਸਟਰਕਸ਼ਨ ਇੰਗਲਿਸ਼ ਤੇ ਪੰਜਾਬੀ ਰਹੇਗਾ। ਲਾਸਟ ਲੈਕਚਰ ਦੇ ਵਿੱਚ ਅਸੀਂ ਕਾਰਪੋਰੇਟ ਗਵਰਨੈਂਸ ਦੇ ਫੀਚਰਸ ਅਤੇ ਕਨਸੈਪਟ ਬਾਰੇ ਗੱਲ ਕੀਤੀ ਸੀ। ਉਸਨੂੰ ਨੀਡ ਆਫ ਕਾਰਪੋਰੇਟ ਗਵਰਨੈਂਸ ਸਟਾਰਟ ਕਰਨ ਤੋਂ ਪਹਿਲਾਂ ਮੈਂ ਉਸਨੂੰ ਰੀਕਾਲ ਕਰਨਾ ਚਾਹਾਂਗਾ। ਠੀਕ ਹੈ, ਕਾਰਪੋਰੇਟ ਗਵਰਨੈਂਸ ਕੀ ਸੀ? ਉਹ ਸੀਗਾ ਇੱਕ ਸਿਸਟਮ। ਕਾਰਪੋਰੇਟ ਗਵਰਨੈਂਸ ਇਜ਼ ਦ ਸਿਸਟਮ which manages and control the affairs of a company। ਕਾਰਪੋਰੇਟ ਗਵਰਨੈਂਸ ਤੋਂ ਮਤਲਬ ਉਸ ਸਿਸਟਮ ਤੋਂ ਹੈ ਜੋ ਕੰਪਨੀ ਦੇ ਅਫੇਅਰਸ ਨੂੰ, ਕੰਪਨੀ ਦੇ ਕੰਮਕਾਜ ਨੂੰ ਕੰਟਰੋਲ ਕਰਦਾ ਹੈ ਅਤੇ ਮੈਨੇਜ ਕਰਦਾ ਹੈ। ਇੱਕ ਗੱਲ ਧਿਆਨ ਚ ਰੱਖਿਓ ਸਟੂਡੈਂਟਸ, ਕਾਰਪੋਰੇਟ ਗਵਰਨੈਂਸ ਦਾ ਸੰਬੰਧ ਜਾਂ ਇੱਥੇ ਜੋ ਸਿਸਟਮ ਦੀ ਗੱਲ ਕਰ ਰਿਹਾ ਉਹਦਾ ਰਿਲੇਸ਼ਨ ਕਿਹਦੇ ਨਾਲ ਹੈ? ਉਹਦਾ ਰਿਲੇਸ਼ਨ ਟੌਪ ਮੈਨੇਜਮੈਂਟ ਨਾਲ ਹੈ। ਉਸਦਾ ਰਿਲੇਸ਼ਨ ਟੌਪ ਮੈਨੇਜਮੈਂਟ ਦੇ ਨਾਲ ਹੈ। ਉਸਦਾ ਰਿਲੇਸ਼ਨ ਜੋ ਅਸੀਂ ਸ਼ੌਪ ਲੈਵਲ ਤੇ, ਵਰਕਸ਼ਾਪ ਲੈਵਲ ਤੇ ਜਾਂ ਫੈਕਟਰੀ ਲੈਵਲ ਤੇ ਕੰਮ ਹੁੰਦਾ ਉਹਦੇ ਨਾਲ ਨਹੀਂ ਹੈ। ਉਸਦਾ ਰਿਲੇਸ਼ਨ ਟੌਪ ਮੈਨੇਜਮੈਂਟ ਦੇ ਨਾਲ ਹੈ, ਕਿਉਂਕਿ ਟੌਪ ਮੈਨੇਜਮੈਂਟ ਮਤਲਬ ਬੋਰਡ ਆਫ ਡਾਇਰੈਕਟਰਸ ਹੀ ਹੁੰਦੇ ਨੇ ਜਿਨ੍ਹਾਂ ਨੇ ਡਿਫਰੈਂਟ ਸਟੇਕ ਹੋਲਡਰਸ ਦੇ ਇੰਟਰਸਟ ਨੂੰ ਮੈਨੇਜ ਕਰਨਾ ਹੁੰਦਾ, ਬੈਲੈਂਸ ਕਰਕੇ ਚੱਲਣਾ ਹੁੰਦਾ। ਉਹ ਚਾਹੇ ਸ਼ੇਅਰ ਹੋਲਡਰਸ ਹੋਣ, ਚਾਹੇ ਲੈਂਡਰਸ ਹੋਣ, ਚਾਹੇ ਕ੍ਰੈਡੀਟਰਸ ਹੋਣ, ਸਪਲਾਇਰਸ, ਕਸਟਮਰਸ, ਇੰਪਲੋਈਜ਼, ਸਾਰੇ ਦੇ ਇੰਟਰਸਟ ਨੂੰ ਬੋਰਡ ਆਫ ਡਾਇਰੈਕਟਰਸ ਨੇ ਜਾਂ ਫਿਰ ਕਹਿ ਲਓ ਟੌਪ ਮੈਨੇਜਮੈਂਟ ਨੇ ਬੈਲੈਂਸ ਕਰਕੇ ਚੱਲਣਾ ਹੁੰਦਾ। ਉਹਨਾਂ ਨੇ ਹੀ ਸਿਸਟਮ ਡਿਜ਼ਾਈਨ ਕਰਨਾ ਹੁੰਦਾ ਡਿਸੀਜਨ ਮੇਕਿੰਗ ਦਾ। ਉਹਨਾਂ ਨੇ ਹੀ ਅੱਗੇ ਪਾਵਰਸ ਤੇ ਰਿਸਪੌਂਸਿਬਿਲਿਟੀ ਅਸਾਈਨ ਕਰਨੀ ਹੁੰਦੀ ਹੈ। ਤਾਂ ਅਸੀਂ ਜੋ ਗਵਰਨੈਂਸ ਦੀ ਗੱਲ ਕਰਦੇ ਹਾਂ, ਸਿਸਟਮ ਦੀ ਗੱਲ ਕਰਦੇ ਹਾਂ, ਤਾਂ ਅਸੀਂ ਉਹ ਟੌਪ ਮੈਨੇਜਮੈਂਟ ਦੇ ਰਿਲੇਸ਼ਨ ਦੇ ਵਿੱਚ ਗੱਲ ਕਰਦੇ ਹਾਂ, ਨਾ ਕਿ ਵਰਕਸ਼ਾਪ ਲੈਵਲ ਦੇ ਰਿਲੇਸ਼ਨ ਦੇ ਵਿੱਚ। ਠੀਕ ਹੈ, ਹੁਣ ਅਸੀਂ ਗੱਲ ਕਰਦੇ ਹਾਂ ਕਿ ਕਾਰਪੋਰੇਟ ਗਵਰਨੈਂਸ ਦੀ ਸਾਨੂੰ ਲੋੜ ਕਿਉਂ ਹੈ। ਇਹੋ ਜਿਹੇ ਕੀ ਕਾਰਨ ਹਨ ਕਿ ਅਸੀਂ ਕਾਰਪੋਰੇਟ ਗਵਰਨੈਂਸ ਦੀ ਗੱਲ ਕਰਦੇ ਹਾਂ ਤੇ ਅਸੀਂ ਇਹ ਚਾਹੁੰਦੇ ਹਾਂ ਕਿ ਅਸੀਂ ਜਿਸ ਕੰਪਨੀ ਦੇ ਵਿੱਚ ਇਨਵੈਸਟ ਕਰੀਏ ਜਾਂ ਅਸੀਂ ਜਿਸ ਕੰਪਨੀ ਦੇ ਮੈਨੇਜਰ ਹੋਈਏ ਉੱਥੇ ਗੁੱਡ ਕਾਰਪੋਰੇਟ ਗਵਰਨੈਂਸ ਹੋਵੇ। ਦੇਖੋ, ਗੁੱਡ ਕਾਰਪੋਰੇਟ ਗਵਰਨੈਂਸ ਦੇ ਫੀਚਰ ਕੀ ਨੇ ਕਿ ਉੱਥੇ ਟਰਾਂਸਪੇਰੈਂਸੀ ਹੁੰਦੀ ਹੈ, ਅਕਾਊਂਟੇਬਿਲਿਟੀ ਹੁੰਦੀ ਹੈ, ਫੇਅਰਨੈਸ ਹੁੰਦੀ ਹੈ। ਇਹਦੇ ਨਾਲ ਕੀ ਹੋਊਗਾ? ਜਦ ਕਾਰਪੋਰੇਟ ਗਵਰਨੈਂਸ ਚੰਗੀ ਹੋਊਗੀ ਤਾਂ ਉਹ ਟਰਾਂਸਪੇਰੈਂਸੀ, ਅਕਾਊਂਟੇਬਿਲਿਟੀ ਅਤੇ ਫੇਅਰਨੈਸ ਨੂੰ ਪ੍ਰਮੋਟ ਕਰੂਗੀ, ਜਿਹਦੇ ਨਾਲ ਕਾਰਪੋਰੇਟ ਸਕੈਂਡਲ ਜਾਂ ਸਕੈਮਸ ਹੋਣ ਦਾ ਜੋ ਖਤਰਾ ਹੁੰਦਾ, ਜੋ ਪ੍ਰੋਬੇਬਿਲਿਟੀ ਹੁੰਦੀ ਹੈ, ਉਹ ਕਾਫੀ ਹੱਦ ਤੱਕ ਘਟ ਜਾਂਦੀ ਹੈ। ਦੇਖੋ, ਅਗਰ ਤੁਹਾਨੂੰ ਹਰ ਇੱਕ ਡਿਸੀਜਨ ਦੇ ਪਿੱਛੇ ਦਾ ਰੀਜ਼ਨ ਪਤਾ ਹੋਊ, ਉਸਨੂੰ ਅਸੀਂ ਟਰਾਂਸਪੇਰੈਂਸੀ ਕਹਿ ਦਿੰਦੇ ਹਾਂ। ਅਗਰ ਤੁਹਾਨੂੰ ਇਹ ਪਤਾ ਕਿ ਡਿਸੀਜਨ ਕਿਵੇਂ ਲਿੱਤੇ ਜਾਂਦੇ ਹਨ, ਕਿਉਂ ਲਿੱਤੇ ਜਾਂਦੇ ਹਨ, ਤੇ ਇਹ ਗੱਲ ਤੁਹਾਨੂੰ ਕਮਿਊਨੀਕੇਟ ਹੁੰਦੀ ਰਹਿੰਦੀ ਹੈ ਟਾਈਮ ਟੂ ਟਾਈਮ, ਤਾਂ ਉਸਨੂੰ ਅਸੀਂ ਕਹਾਂਗੇ ਟਰਾਂਸਪੇਰੈਂਸੀ ਹੈ। ਜੇ ਟਰਾਂਸਪੇਰੈਂਸੀ ਹੋਊ ਤਾਂ ਗਲਤ ਡਿਸੀਜਨ ਜਾਂ ਕਾਰਪੋਰੇਟ ਸਕੈਮ ਕਰਨ ਲਈ ਤੁਹਾਨੂੰ ਧੋਖੇ ਦੇ ਵਿੱਚ ਰੱਖਣਾ ਆਸਾਨ ਨਹੀਂ ਹੋਵੇਗਾ। ਇਸ ਕਰਕੇ ਕਾਰਪੋਰੇਟ ਗਵਰਨੈਂਸ ਹੋਣਾ ਇੱਕ ਇਨਵੈਸਟਰ ਪੁਆਇੰਟ ਆਫ ਵਿਊ ਨਾਲ ਬਹੁਤ ਜ਼ਰੂਰੀ ਹੈ। ਇਹ ਬੋਰਡ ਆਫ ਡਾਇਰੈਕਟਰਸ ਦੇ ਵਿੱਚ ਤੇ ਕੰਪਨੀ ਦੇ ਵਿੱਚ ਇਨਵੈਸਟਰ ਦਾ ਟਰਸਟ ਬਿਲਡ ਕਰਕੇ ਰੱਖਦੀ ਹੈ ਤੇ ਇਹ ਇੱਕ ਫੈਕਟਰ ਹੈ ਜੋ ਲੌਂਗ ਟਰਮ ਸਸਟੇਨੇਬਿਲਿਟੀ ਤੇ ਇੱਕ ਚੰਗੀ ਫਾਈਨੈਂਸ਼ੀਅਲ ਪਰਫਾਰਮੈਂਸ ਲਈ ਜ਼ਰੂਰੀ ਹੈ। ਤੇ ਇਹਦੇ ਲਈ ਕਈ ਸਟੱਡੀ ਵੀ ਕੀਤੀਆਂ ਗਈਆਂ ਹਨ ਜਿਹਦੇ ਵਿੱਚ ਇਹ ਰਿਜ਼ਲਟ ਆਇਆ ਕਿ ਹਾਂ, ਇਹ ਸੱਚ ਹੈ ਕਿ ਕਾਰਪੋਰੇਟ ਗਵਰਨੈਂਸ ਦਾ ਫਾਈਨੈਂਸ਼ੀਅਲ ਪਰਫਾਰਮੈਂਸ ਨਾਲ ਵੀ ਡਾਇਰੈਕਟ ਰਿਲੇਸ਼ਨ ਹੈ। ਚਲੋ ਹੁਣ ਅਗਲੀ ਸਲਾਈਡਸ ਦੇ ਵਿੱਚ ਅਸੀਂ ਪੁਆਇੰਟ ਟੂ ਪੁਆਇੰਟ ਗੱਲ ਕਰਦੇ ਹਾਂ ਕਿ ਕਾਰਪੋਰੇਟ ਗਵਰਨੈਂਸ ਦੀ ਲੋੜ ਕੀ ਹੈ, ਇਹੋ ਜਿਹੇ ਦੇ ਕੀ ਬੈਨੀਫਿਟਸ ਹਨ ਜੋ ਅਸੀਂ ਚਾਹੁੰਦੇ ਹਾਂ ਕਿ ਕੰਪਨੀ ਦੇ ਵਿੱਚ ਚੰਗੀ ਗੁੱਡ ਕਾਰਪੋਰੇਟ ਗਵਰਨੈਂਸ ਹੋਵੇ। ਸਭ ਤੋਂ ਪਹਿਲਾਂ ਇੰਪਲਾਈਡ ਅਕਾਊਂਟੇਬਿਲਿਟੀ ਜਾਂ ਫਿਰ ਕਹ ਲਓ ਇੰਪਲਾਈਡ ਡਿਊਟੀ ਆਫ ਦੀ ਕੰਪਨੀ ਜਾਂ ਫਿਰ ਬੋਰਡ ਆਫ ਡਾਇਰੈਕਟਰਸ। ਦੇਖੋ, ਕੰਪਨੀ ਦਾ ਸਿਸਟਮ, ਆਰਗੇਨਾਈਜੇਸ਼ਨ ਸਟਰਕਚਰ ਹੀ ਇਹੋ ਜਿਹੀ ਹੈ ਕਿ ਉੱਥੇ ਓਨਰ ਕੋਈ ਹੋਰ ਹੈ, ਮੈਨੇਜ ਕੰਪਨੀ ਦੇ ਅਫੇਅਰਸ ਨੂੰ ਕੋਈ ਹੋਰ ਕਰਦਾ ਹੈ। ਸ਼ੇਅਰ ਹੋਲਡਰ ਆਪਣਾ ਫੰਡ ਇਨਵੈਸਟ ਕਰਦੇ ਨੇ ਕੰਪਨੀ ਦੇ ਵਿੱਚ ਤੇ ਉਹ ਇਸ ਫੰਡ ਨੂੰ ਮੈਨੇਜ ਕਰਨ ਲਈ ਬੋਰਡ ਆਫ ਡਾਇਰੈਕਟਰਸ ਨੂੰ ਅਪੁਆਇੰਟ ਕਰਦੇ ਨੇ, ਉਹਨਾਂ ਤੇ ਆਪਣਾ ਵਿਸ਼ਵਾਸ ਦਿਖਾਉਂਦੇ ਨੇ।
ਤੇ ਬੋਰਡ ਆਫ ਡਾਇਰੈਕਟਰਸ ਦੀ ਇੰਪਲਾਈਡ ਡਿਊਟੀ ਹੈ ਕਿ ਉਹ ਉਹਨਾਂ ਦੇ ਵਿਸ਼ਵਾਸ ਨੂੰ ਕਾਇਮ ਰੱਖਣ, ਉਸਨੂੰ ਮੇਨਟੇਨ ਰੱਖਣ। ਉਹਨਾਂ ਦੀ ਓਬਲੀਗੇਸ਼ਨ ਹੈ। ਇਹ ਓਬਲੀਗੇਸ਼ਨ ਕਿਉਂ ਹੈ ਉਹਨਾਂ ਦੀ? ਕਿਉਂਕਿ ਜਦ ਉਹ ਸ਼ੇਅਰ ਹੋਲਡਰ ਉਹਨਾਂ ਨੂੰ ਕਿਉਂ ਇਹ ਕੰਮ ਸੌਂਪਦੇ ਨੇ ਕੰਪਨੀ ਨੂੰ ਮੈਨੇਜ ਕਰੇਗਾ, ਕਿ ਉਹਨਾਂ ਨੂੰ ਰਿਟਰਨ ਮਿਲੇ, ਤੇ ਕਾਰਪੋਰੇਟ ਗਵਰਨੈਂਸ ਉਹਨਾਂ ਦੇ ਵਿੱਚੋਂ ਇੱਕ ਫੈਕਟਰ ਹੈ। ਮੋਰ ਓਵਰ ਜਦ ਤੁਸੀਂ ਸ਼ੇਅਰ ਹੋਲਡਰ ਦੇ ਏਜੰਟ ਦੇ ਤੌਰ ਤੇ ਕੰਮ ਕਰ ਰਹੇ ਹੋ ਤਾਂ ਤੁਹਾਡੀ ਡਿਊਟੀ ਹੈ, ਤੁਸੀਂ ਜੋ ਵੀ ਡਿਸੀਜਨ ਲੈ ਰਹੇ ਹੋ ਜਾਂ ਜੋ ਵੀ ਕੰਪਨੀ ਦੇ ਵਿੱਚ ਹੋ ਰਿਹਾ ਹੈ, ਚੰਗਾ ਜਾਂ ਮਾੜਾ, ਗੁੱਡ ਔਰ ਬੈਡ, ਉਹ ਤੁਸੀਂ ਟਾਈਮਲੀ ਡਿਸਕਲੋਜ਼ ਕਰੋ ਆਪਣੇ ਸ਼ੇਅਰ ਹੋਲਡਰਸ ਨੂੰ। ਬੇਸਿਕਲੀ ਟਰਾਂਸਪੇਰੈਂਸੀ ਹੋਵੇ, ਸ਼ੇਅਰ ਹੋਲਡਰਸ ਨੂੰ ਪਤਾ ਹੋਵੇ ਕਿ ਚੱਲ ਕੀ ਰਿਹਾ ਹੈ। ਅਗਰ ਉਹਨਾਂ ਨੂੰ ਇਹ ਗੱਲ ਨਿਊਜ਼ ਚੈਨਲ ਤੋਂ ਪਤਾ ਲੱਗੇਗੀ ਜਾਂ ਬਾਹਰੋਂ ਕਿਸੇ ਤੋਂ ਪਤਾ ਲੱਗੇਗੀ, that will create panic situation which is not good for the company, ਉਹ ਕੰਪਨੀ ਲਈ ਚੰਗੀ ਨਹੀਂ ਹੋਵੇਗੀ। ਦੂਜੀ ਗੱਲ ਕਰੀਏ ਕਾਰਪੋਰੇਟ ਪਰਫਾਰਮੈਂਸ। ਜਦ ਚੰਗੀ ਕਾਰਪੋਰੇਟ ਗਵਰਨੈਂਸ ਹੁੰਦੀ ਹੈ, ਇੰਪਰੂਵਡ ਗਵਰਨੈਂਸ ਹੁੰਦੀ ਹੈ, ਉਹਦੇ ਨਾਲ ਕਈ ਚੀਜ਼ਾਂ ਨਾਲ ਫਰਕ ਪੈਂਦਾ ਹੈ। ਉਸਦੇ ਨਾਲ ਕਈ ਚੀਜ਼ਾਂ ਸਾਡੀਆਂ ਸੁਧਰ ਜਾਂਦੀਆਂ ਨੇ, ਜਿਵੇਂ ਕਿ ਕੁਆਲਿਟੀ ਡਿਸੀਜਨ ਮੇਕਿੰਗ, ਸਕਸੈਸ਼ਨ ਪਲੈਨਿੰਗ ਚੰਗੇ ਢੰਗ ਨਾਲ ਹੁੰਦੀ ਹੈ, ਲੌਂਗ ਟਰਮ ਪ੍ਰੋਸਪੈਰਿਟੀ ਕੰਪਨੀ ਦੀ ਇਨਹੈਂਸ ਹੁੰਦੀ ਹੈ, ਜੋ ਬੋਰਡ ਆਫ ਡਾਇਰੈਕਟਰਸ ਹੈ ਉਹਨਾਂ ਦੀ ਆਜ਼ਾਦੀ, ਉਹਨਾਂ ਦੀ ਇੰਡੀਪੈਂਡੈਂਸ ਤੇ ਮਤਲਬ ਕੋਈ ਕੰਪਰੋਮਾਈਜ਼ ਨਹੀਂ ਕੀਤਾ ਜਾਂਦਾ। ਇਹ ਸਾਰੀ ਚੀਜ਼ਾਂ ਕਿਤੇ ਨਾ ਕਿਤੇ ਇੱਕ ਚੰਗੀ ਕਾਰਪੋਰੇਟ ਪਰਫਾਰਮੈਂਸ ਨੂੰ ਲੀਡ ਕਰਦੀਆਂ। ਕੁਆਲਿਟੀ ਡਿਸੀਜਨ ਮੇਕਿੰਗ ਇਜ਼ ਮਸਟ ਫॉर ਆਪਰੇਸ਼ਨਲ ਐਫੀਸ਼ੀਐਂਸੀ ਆਫ ਦੀ ਕੰਪਨੀ। ਜੇ ਤੁਸੀਂ ਚਾਹੁੰਦੇ ਹੋ ਕਿ ਕੰਪਨੀ ਬਿਸਾਈਡਸ ਆਪਾਂ ਗੱਲ ਕਰ ਦਈਏ ਮੈਨੇਜਮੈਂਟ ਅਤੇ ਸ਼ੇਅਰ ਹੋਲਡਰ ਦੇ ਰਿਲੇਸ਼ਨਸ਼ਿਪ ਨੂੰ ਸਾਈਡ ਤੇ ਕਰ ਦਈਏ, ਆਪਰੇਟਿੰਗ ਐਫੀਸ਼ੀਐਂਸੀ ਹੋਵੇ ਕੰਪਨੀ ਦੀ, ਤਾਂ ਉੱਥੇ ਕੁਆਲਿਟੀ ਡਿਸੀਜਨ ਮੇਕਿੰਗ ਰਿਕੁਆਇਰਡ ਹੈ। ਉਸ ਤੋਂ ਇਲਾਵਾ ਅਗਰ ਅਸੀਂ ਉਂਝ ਗੱਲ ਕਰੀਏ ਗਵਰਨੈਂਸ ਦੀ, ਤਾਂ ਸਕਸੈਸ਼ਨ ਪਲੈਨਿੰਗ ਮਸਟ ਹੈ। ਜਿੱਥੇ ਸਾਡੀ ਸਕਸੈਸ਼ਨ ਪਲੈਨਿੰਗ ਕੀ ਹੁੰਦੀ ਹੈ, ਮੈਂ ਤੁਹਾਨੂੰ ਇਹ ਗੱਲ ਕਲੀਅਰ ਕਰ ਦਿੰਦਾ। ਸਕਸੈਸ਼ਨ ਪਲੈਨਿੰਗ ਇਹ ਹੁੰਦੀ ਹੈ ਕਿ ਜਦ ਇੱਕ ਬੋਰਡ ਆਫ ਡਾਇਰੈਕਟਰ ਰਿਟਾਇਰ ਹੋਊਗਾ ਤਾਂ ਅੱਗੇ ਉਸਨੂੰ ਕੌਣ ਸੰਭੂਗਾ, ਰਾਜ ਪਾਠ ਕੌਣ ਸੰਭੂਗਾ ਅੱਗੇ ਦਾ। ਦੇਖੋ ਪੁਰਾਣੇ ਤੁਸੀਂ ਦੇਖੋਗੇ ਮਹਾਭਾਰਤ ਜਾਂ ਕੁਛ, ਤਾਂ ਉਹਨਾਂ ਨੂੰ ਇਹ ਬੜੀ ਚਿੰਤਾ ਹੁੰਦੀ ਸੀਗੀ ਕਿ ਮੇਰਾ ਰਾਜ ਪਾਠ ਅੱਗੇ ਕੌਣ ਸੰਭੂਗਾ, ਤੇ ਉਸ ਲਈ ਉਹ ਪਲਾਨ ਵੀ ਕਰਦੇ ਸੀਗੇ, ਟ੍ਰੇਨ ਵੀ ਕਰਦੇ ਸੀਗੇ। ਉਵੇਂ ਹੀ ਇੱਥੇ ਵੀ ਸਕਸੈਸ਼ਨ ਪਲੈਨਿੰਗ ਬਹੁਤ ਮਸਟ ਹੈ, ਕਿਉਂਕਿ ਜਦ ਟੌਪ ਮੈਨੇਜਮੈਂਟ ਦੇ ਵਿੱਚ ਚੇਂਜਸ ਆਉਂਦੀਆਂ ਨੇ ਤਾਂ ਕਿਤੇ ਨਾ ਕਿਤੇ ਸ਼ੇਅਰ ਹੋਲਡਰਸ ਦਾ ਕੌਨਫੀਡੈਂਸ ਟੌਪ ਮੈਨੇਜਮੈਂਟ ਦੇ ਵਿੱਚ ਬਰਕਰਾਰ ਰਹਿਣਾ ਚਾਹੀਦਾ ਹੈ, ਸਟੇ ਕਰਨਾ ਚਾਹੀਦਾ, ਮੇਨਟੇਨ ਰਹਿਣਾ ਚਾਹੀਦਾ। ਕਿਉਂਕਿ ਅਗਰ ਟੌਪ ਮੈਨੇਜਮੈਂਟ ਦੇ ਵਿੱਚ ਚੇਂਜਸ ਆਉਣ ਨਾਲ ਸ਼ੇਅਰ ਹੋਲਡਰਸ ਦਾ ਟਰਸਟ ਨਹੀਂ ਰਹਿੰਦਾ ਤਾਂ ਕਿਤੇ ਨਾ ਕਿਤੇ ਮਾਰਕੀਟ ਦੇ ਵਿੱਚ ਕੰਪਨੀ ਦੀ ਵੈਲਿਊ ਡਾਊਨ ਜਾਏਗੀ। ਜੇ ਤੁਸੀਂ ਸਕਸੈਸ਼ਨ ਪਲੈਨਿੰਗ ਦੇ ਵਿੱਚ ਇਫੈਕਟਿਵ ਹੋ ਤਾਂ ਤੁਹਾਡੀ ਕੰਪਨੀ ਦੀ ਲੌਂਗ ਟਰਮ ਦੇ ਵਿੱਚ ਪ੍ਰੋਸਪੈਰਿਟੀ, ਖੁਸ਼ਹਾਲੀ ਨੂੰ ਕੋਈ ਨਹੀਂ ਰੋਕ ਸਕਦਾ। ਇਸ ਕਰਕੇ ਚੰਗੀ ਕਾਰਪੋਰੇਟ ਪਰਫਾਰਮੈਂਸ ਲਈ ਵੀ ਚੰਗੀ ਗਵਰਨੈਂਸ ਜ਼ਰੂਰੀ ਹੈ। ਕੰਬੈਟਿੰਗ ਕਰਪਸ਼ਨ, ਮੈਂ ਤੁਹਾਨੂੰ ਪਹਿਲਾਂ ਕਿਹਾ ਜਿੱਥੇ ਟਰਾਂਸਪੇਰੈਂਸੀ ਹੋਊਗੀ ਉੱਥੇ ਕਰਪਸ਼ਨ ਦੇ ਚਾਂਸਸ ਘੱਟ ਹੋਣਗੇ। ਕਿਵੇਂ? ਹੁਣ ਦੇਖੋ ਤੁਹਾਨੂੰ ਮਨਮੋਹਨ ਸਿੰਘ ਜੀ ਨੂੰ, ਡਾਕਟਰ ਮਨਮੋਹਨ ਸਿੰਘ ਜੀ ਜੋ ਸਾਡੇ ਐਕਸ ਪ੍ਰਾਈਮ ਮਿਨਿਸਟਰ ਹੈ, ਇੱਕ ਗੱਲ ਪਿੱਛੇ ਉਹਨਾਂ ਦੀ ਦਾਦ ਜ਼ਰੂਰ ਦੇਣੀ ਪਊਗੀ। ਵੈਸੇ ਤਾਂ ਕਈ ਗੱਲਾਂ ਨੇ ਜਿਨ੍ਹਾਂ ਪਿੱਛੇ ਉਹਨਾਂ ਦੀ ਦਾਦ ਦੇਣੀ ਚਾਹੀਦੀ ਹੈ, ਇੰਡੀਆ ਨੂੰ ਉਹਨਾਂ ਦਾ ਸ਼ੁਕਰ ਕਰਨਾ ਚਾਹੀਦਾ, ਸਾਰੇ ਦੇਸ਼ ਵਾਸੀਆਂ ਨੂੰ। ਪਰ RTI ਇੱਕ ਉਹਨਾਂ ਦੇ ਵਿੱਚ ਇੱਕ ਬਹੁਤ ਵੱਡਾ ਫੈਕਟਰ ਹੈ, ਰਾਈਟ ਟੂ ਇਨਫੋਰਮੇਸ਼ਨ। ਜਿੰਨੇ ਵੀ ਸਕੈਮ ਸਾਹਮਣੇ ਆਏ ਨੇ ਕਿਤੇ ਨਾ ਕਿਤੇ RTI ਦਾ ਉਹਦੇ ਵਿੱਚ ਬਹੁਤ ਵੱਡਾ ਰੋਲ ਹੈ, ਕਿਉਂਕਿ RTI ਨਾਲ ਟਰਾਂਸਪੇਰੈਂਸੀ ਆ ਗਈ। RTI ਬਾਰੇ ਤੁਸੀਂ ਰਾਈਟ ਟੂ ਇਨਫੋਰਮੇਸ਼ਨ ਐਕਟ ਬਾਰੇ ਪਹਿਲਾਂ ਵੀ ਪੜ੍ਹਿਆ ਹੋਊਗਾ, ਰਾਈਟ ਟੂ ਇਨਫੋਰਮੇਸ਼ਨ ਐਕਟ 2005 ਬਾਰੇ ਤੁਸੀਂ ਪੜ੍ਹਿਆ ਹੋਊਗਾ। ਉਸਦੇ ਵਿੱਚ ਕੀ ਹੈ, ਤੁਸੀਂ ਕੋਈ ਇਨਫੋਰਮੇਸ਼ਨ ਲੈ ਸਕਦੇ ਹੋ। ਤੇ ਇੱਥੇ ਉਹ ਗੱਲ ਨਹੀਂ ਹੈ ਕੰਪਨੀ ਦੇ ਵਿੱਚ RTI ਵਾਲੀ, ਪਰ ਜੇ ਟਰਾਂਸਪੇਰੈਂਟ ਸਿਸਟਮ ਹੋਊਗਾ, ਸਾਊਂਡ ਸਿਸਟਮ ਹੋਊਗਾ, ਅਕਾਊਂਟਿੰਗ ਪਾਲਿਸੀਜ਼ ਦਾ ਫੁੱਲ ਡਿਸਕਲੋਜ਼ਰ ਹੋਊਗਾ, ਅਪੁਆਇੰਟਮੈਂਟ ਦੇ ਵਿੱਚ ਕਿਸੇ ਤਰੀਕੇ ਦੀ ਨੈਪੋਟਿਜ਼ਮ ਨਹੀਂ ਹੋਵੇਗੀ। ਨੈਪੋਟਿਜ਼ਮ ਹੁੰਦਾ ਚਾਚਾ ਭਤੀਜਾਵਾਦ, ਮਤਲਬ ਰਿਸ਼ਤੇਦਾਰਾਂ ਨੂੰ ਹੀ ਨੌਕਰੀ ਤੇ ਰੱਖ ਲੈਣਾ। ਆਡਿਟਿੰਗ ਪ੍ਰੋਸੀਜਰ ਕਲੀਅਰ ਹੋਊਗਾ, ਕਿਸੇ ਵੀ
ਵਿਅਕਤੀ ਕੋਲੇ, ਇੱਕ ਸਿੰਗਲ ਮੈਨ ਕੋਲੇ ਐਬਸੋਲੂਟ ਪਾਵਰ ਨਹੀਂ ਹੋਊਗੀ ਤਾਂ ਕਰਪਸ਼ਨ ਨੂੰ ਫੇਡ ਆਊਟ ਕਰਨਾ ਅਸੀਂ ਬੜੇ ਆਸਾਨ ਨਾਲ ਕਰਪਸ਼ਨ ਨੂੰ ਫੇਡ ਆਊਟ ਕਰ ਸਕਦੇ ਹਾਂ। ਕਰਪਸ਼ਨ ਤੇ ਕੰਟਰੋਲ ਕਰ ਸਕਦੇ ਹਾਂ। ਕਰਪਸ਼ਨ ਤੇ ਕੰਟਰੋਲ ਹੋਊਗੀ। ਦੇਖੋ ਕੰਪਨੀ ਦੇ ਵਿੱਚ ਸਕੈਮ, ਸਕੈਂਡਲਸ, ਕਰਪਸ਼ਨ ਬੜੇ ਆਸਾਨੀ ਨਾਲ ਕੀਤੇ ਜਾ ਸਕਦੇ ਨੇ, ਪਰ ਜੇ ਚੰਗੀ ਗਵਰਨੈਂਸ ਹੋਊਗੀ ਤਾਂ ਉਸਨੂੰ ਅਸੀਂ ਕੰਟਰੋਲ ਕਰ ਸਕਦੇ ਹਾਂ। ਕਰਪਸ਼ਨ ਦਾ ਨੁਕਸਾਨ ਕਰਨ ਵਾਲੇ ਨੂੰ ਵੀ ਹੁੰਦਾ ਹੈ, ਤੇ ਜਿਸ ਕੰਪਨੀ ਦੇ ਵਿੱਚ ਇਹ ਚੀਜ਼ ਹੋਊਗੀ ਸਾਰੇ ਸਟੇਕ ਹੋਲਡਰਸ ਨੂੰ ਉਸਦਾ ਨੁਕਸਾਨ ਹੁੰਦਾ ਹੀ ਹੁੰਦਾ ਹੈ। ਕਿਉਂਕਿ ਜਦੋਂ ਸਾਹਮਣੇ ਆਉਂਦਾ ਹੈ, ਮੀਡੀਆ ਦੇ ਵਿੱਚ ਆਉਂਦਾ ਹੈ, ਤਾਂ ਕੰਪਨੀ ਦੀ ਮਾਰਕੀਟ ਦੇ ਵਿੱਚ ਵੈਲਿਊ ਡਾਊਨ ਚਲੀ ਜਾਂਦੀ ਹੈ, ਕੰਪਨੀ ਦੇ ਸਟਾਕ ਦੀ, ਕੰਪਨੀ ਦੇ ਸ਼ੇਅਰ ਹੋਲਡਰਸ ਨੂੰ ਵੀ ਨੁਕਸਾਨ ਹੁੰਦਾ ਹੈ। ਬੋਰਡ ਆਫ ਡਾਇਰੈਕਟਰਸ ਦੀ ਟਰਸਟ ਵਰਥਨੈਸ ਵੀ ਘਟ ਜਾਂਦੀ ਹੈ, ਉਹਨਾਂ ਤੇ ਵਿਸ਼ਵਾਸ ਵੀ ਘਟ ਜਾਂਦਾ ਹੈ। ਤੇ ਜਿਹੜੇ ਜ਼ਿੰਮੇਵਾਰ ਵਿਅਕਤੀ ਹੁੰਦੇ ਨੇ, ਅਕਾਊਂਟੇਬਲ ਵਿਅਕਤੀ ਹੁੰਦੇ ਨੇ, ਜਾਂ ਜਿਹੜੇ ਕਰਪਟ ਬੰਦੇ ਹੁੰਦੇ ਨੇ, ਦੋਨਾਂ ਨੂੰ ਕਿਤੇ ਨਾ ਕਿਤੇ ਉਸਦੇ ਸਰਕਮਸਟੈਂਸਸ ਅੱਗੇ ਜਾ ਕੇ ਫੇਸ ਕਰਨੇ ਪੈਂਦੇ ਨੇ। ਤੇ ਇੱਕ ਚੰਗੀ ਗਵਰਨੈਂਸ ਜ਼ਰੂਰੀ ਹੈ ਤਾਂ ਕਿ ਅਸੀਂ ਕਰਪਸ਼ਨ ਤੇ ਕੰਟਰੋਲ ਕਰ ਸਕੀਏ। ਦੇਖੋ, ਹੋ ਸਕਦਾ ਕਰਪਸ਼ਨ ਹੋ ਜਾਵੇ, ਹੋ ਸਕਦਾ ਕੋਈ ਸਕੈਮ ਹੋ ਜਾਵੇ, ਹੋ ਸਕਦਾ ਕੋਈ ਲਾਪਰਵਾਹੀ ਕਰਕੇ ਕੰਪਨੀ ਦਾ ਕੋਈ ਨੁਕਸਾਨ ਹੋ ਜਾਵੇ, ਕੰਪਨੀ ਦੇ ਵਿੱਚ ਕੋਈ ਬੈਡ ਨਿਊਜ਼ ਹੋਵੇ, ਕੋਈ ਸਕੈਂਡਲ ਸਾਹਮਣੇ ਆ ਜਾਵੇ, ਲੇਕਿਨ ਅਗਰ ਚੰਗਾ ਗਵਰਨੈਂਸ ਸਿਸਟਮ ਹੋਊਗਾ ਤਾਂ ਉਹ ਚੀਜ਼ ਜਲਦੀ ਸਾਹਮਣੇ ਆਊਗੀ। ਪਹਿਲੀ ਗੱਲ ਤਾਂ ਕੰਟਰੋਲ ਹੋਊਗਾ, ਪਰ ਉਹ ਚੀਜ਼ ਜਲਦੀ ਸਾਹਮਣੇ ਆਊਗੀ ਤੇ ਉਹਨੂੰ ਮੈਨੇਜ ਕਰਨ ਵਾਸਤੇ ਸਾਡੇ ਕੋਲ ਐਫੀਸ਼ੀਐਂਟ ਸਿਸਟਮ ਹੋਊਗਾ। ਆਪਾਂ ਨੇ ਜਿਵੇਂ ਇੱਥੇ ਲਿਖਿਆ ਹੋਇਆ ਤੁਹਾਡੇ ਸਾਹਮਣੇ, effective corporate governance ensures efficient rush mitigation system, ਮਤਲਬ ਜੋ corporate crisis ਅਤੇ ਸਕੈਂਡਲ ਹੈ, ਇੱਕ ਤਾਂ ਚੰਗੇ ਗਵਰਨੈਂਸ ਸਿਸਟਮ ਕਰਕੇ ਉਹ ਜਲਦੀ ਸਾਹਮਣੇ ਆਉਂਦੇ ਨੇ। ਮੋਰਓਵਰ ਜਦ ਸਾਹਮਣੇ ਆ ਵੀ ਜਾਂਦੇ ਨੇ ਤਾਂ ਜਿਹੜਾ ਉਹਨਾਂ ਦਾ ਹਾਰਮਫੁਲ ਇਫੈਕਟ ਹੁੰਦਾ, ਅਸੀਂ ਉਸਨੂੰ ਮੈਨੇਜ ਕਰਨ ਦੇ ਵਿੱਚ ਕਾਮਯਾਬ ਹੁੰਦੇ, ਅਸੀਂ ਉਸਦੇ ਇਫੈਕਟ ਨੂੰ, ਬੁਰੇ ਪ੍ਰਭਾਵ ਨੂੰ ਘਟਾ ਸਕਦੇ ਹਾਂ ਜਦ ਸਾਡੇ ਕੋਲ ਚੰਗੀ ਗਵਰਨੈਂਸ ਹੋਵੇ। ਦੇਖੋ, ਟਰਾਂਸਪੇਰੈਂਸੀ ਅਤੇ ਅਕਾਊਂਟੇਬਿਲਿਟੀ ਨਾਲ ਕਾਫੀ ਹੱਦ ਤੱਕ ਅਸੀਂ ਇਹਨਾਂ ਚੀਜ਼ਾਂ ਤੇ ਕਾਬੂ ਪਾ ਲੈਂਦੇ ਹਾਂ, ਪਰ ਕਈ ਵਾਰ ਕਈ ਸਾਡੇ EMPLOYEES ਜਾਂ ਜੋ ਇਨਸਾਈਡਰਸ ਹੁੰਦੇ ਨੇ, ਉਹਨਾਂ ਕੋਲ ਕਾਫੀ ਤਰੀਕੇ ਹੁੰਦੇ ਨੇ, ਉਹ ਕੁਛ ਨਾ ਕੁਛ ਗੜਬੜ ਫਿਰ ਵੀ ਕਰ ਜਾਂਦੇ ਨੇ। ਪਰ ਜੇ ਚੰਗੀ ਗਵਰਨੈਂਸ ਹੋਊਗੀ ਤਾਂ ਉਹ ਗੜਬੜ ਜਲਦੀ ਹੀ ਤੁਹਾਡੇ ਸਾਹਮਣੇ ਆ ਜਾਊਗੀ। ਤੇ ਇੱਕ ਗੱਲ ਮੈਂ ਇੱਥੇ ਹੋਰ ਕਲੀਅਰ ਕਰਨਾ ਚਾਹੁੰਦਾ, ਪਹਿਲੇ ਪੁਆਇੰਟ ਤੋਂ ਲੈ ਕੇ ਚੌਥੇ ਪੁਆਇੰਟ ਤੱਕ ਇੱਕ ਗੱਲ ਸਮਝੋ, ਟਰਾਂਸਪੇਰੈਂਸੀ ਬਹੁਤ ਜ਼ਰੂਰੀ ਹੈ। ਅਗਰ ਕੋਈ, ਦੇਖੋ ਕਈ ਵਾਰ ਇੰਟੈਂਸ਼ਨਲੀ ਕੋਈ ਟੌਪ ਮੈਨੇਜਮੈਂਟ ਦੇ ਵਿੱਚ ਕੋਈ ਇੰਟੈਂਸ਼ਨਲੀ ਫਰੋਡ ਕਰ ਜਾਂਦਾ ਹੈ, ਤੇ ਕਈ ਵਾਰ ਬਾਏ ਮਿਸਟੇਕ ਕੋਈ ਇਹੋ ਜਿਹਾ ਡਿਸੀਜ਼ਨ ਲੈ ਲਿੱਤਾ ਜਾਂਦਾ ਹੈ ਜਿਹਦੇ ਨਾਲ ਉਹਦੇ ਉੱਤੇ ਪ੍ਰਭਾਵ ਪੈਂਦਾ ਕੰਪਨੀ ਦੀ ਪਰਫਾਰਮੈਂਸ ਤੇ ਬੋਰਡ ਆਫ ਡਾਇਰੈਕਟਰਸ ਆਪਣੇ ਬੁਰੇ ਡਿਸੀਜ਼ਨਸ ਨੂੰ, ਬੈਡ ਡਿਸੀਜ਼ਨਸ ਨੂੰ ਲੁਕਾਉਣ ਲਈ ਕਿ ਉਹਨਾਂ ਦੀ ਸੈਲਰੀ ਤੇ, ਉਹਨਾਂ ਦੇ ਪਬਲਿਕ ਇਮੇਜ ਤੇ, ਉਹਨਾਂ ਦੇ ਜੋ ਕੌਨਫੀਡੈਂਸ ਹੈ ਉਹ ਲੂਜ਼ ਨਾ ਹੋਵੇ, ਤਾਂ ਕਈ ਵਾਰ ਉਹ ਆਪਣੇ ਬੈਡ ਡਿਸੀਜ਼ਨਸ ਨੂੰ, ਜਾਂ ਜੋ ਬੈਡ ਰਿਜ਼ਲਟ ਹੁੰਦੇ ਨੇ ਉਹਨਾਂ ਦੇ ਮਾੜੇ ਡਿਸੀਜ਼ਨਸ ਕਰਕੇ, ਉਹਨਾਂ ਨੂੰ ਲੁਕੋ ਲੈਂਦੇ ਨੇ, ਹਾਈਡ ਕਰ ਲੈਂਦੇ ਨੇ। ਤੁਸੀਂ ਆਪਣੇ ਤੇ ਦੇਖੋ, ਇਸ ਨੂੰ ਐਗਜ਼ਾਮਪਲ ਨੂੰ ਥੋੜਾ ਸ਼ਾਇਦ ਟਾਈਮ ਲੱਗ ਜਾਵੇ, ਮੈਂ ਇਸ ਪੁਆਇੰਟ ਤੇ ਤੁਸੀਂ ਕਹੋਗੇ ਫੋਰਥ ਪੁਆਇੰਟ ਲੰਬਾ ਚਲਾ ਗਿਆ, ਪਰ ਐਗਜ਼ਾਮਪਲ ਨੂੰ ਧਿਆਨ ਨਾਲ ਸਮਝੋ। ਜਦ ਤੁਸੀਂ ਸਟੂਡੈਂਟ ਹੁੰਦੇ ਹੋ, ਛੋਟੇ ਹੁੰਦੇ ਸੀਗੇ, 5th ਸਟੈਂਡਰਡ 4th ਸਟੈਂਡਰਡ, ਜਦ ਤੁਹਾਡੇ ਕਿਸੇ ਸਬਜੈਕਟ ਦੇ ਵਿੱਚ ਮਾਰਕਸ ਬੜੇ ਅੱਛੇ ਆਉਂਦੇ ਸੀਗੇ, ਟੈਸਟ ਦੇ ਵਿੱਚ, ਕਿਸੇ ਟੈਸਟ ਦੇ ਵਿੱਚ, ਤੁਸੀਂ ਘਰੇ ਜਾ ਕੇ ਰੌਲਾ ਪਾ ਦਿੰਦੇ ਸੀ ਕਿ ਮੇਰੇ ਅੱਜ ਫੁੱਲ ਆਊਟ ਆਫ ਫੁੱਲ ਮਾਰਕਸ ਆਏ, 9 ਆਊਟ ਆਫ 90% ਮਾਰਕਸ ਆਏ, 80% ਮਾਰਕਸ ਆਏ। ਲੇਕਿਨ ਜਦ ਤੁਹਾਡਾ ਰਿਜ਼ਲਟ ਮਾੜਾ ਹੁੰਦਾ ਸੀਗਾ, ਤੁਸੀਂ ਘਰੇ ਜਾ ਕੇ ਉਸਨੂੰ ਨਹੀਂ ਦੱਸਦੇ ਸੀ ਜਾਂ ਛੁਪਾਉਣ ਦੀ ਕੋਸ਼ਿਸ਼ ਕਰਦੇ ਸੀ। ਕਿਤੇ ਨਾ ਕਿਤੇ ਜਦ ਟੌਪ ਮੈਨੇਜਮੈਂਟ ਦੀ ਗੱਲ ਆਉਂਦੀ ਹੈ, ਉੱਥੇ ਵੀ ਇਹ ਚੀਜ਼ ਆ ਜਾਂਦੀ ਹੈ। ਉਹ ਆਪਣਾ ਵਰਚਸਵ ਬਣਾਉਣ ਲਈ, ਆਪਣੀ ਗੁੱਡਵਿਲ ਬਣਾਉਣ ਲਈ, ਆਪਣਾ ਕੌਨਫੀਡੈਂਸ ਮੇਨਟੇਨ ਕਰਨ ਲਈ ਚੰਗੀ ਨਿਊਜ਼ ਦਾ ਰੌਲਾ ਤਾਂ ਬਹੁਤ ਜਲਦੀ ਪਾਉਂਦੇ ਨੇ, ਲੇਕਿਨ ਜਦ ਕੋਈ ਮਾੜੀ ਖਬਰ ਹੁੰਦੀ ਹੈ, ਕੋਈ ਬੈਡ ਨਿਊਜ਼ ਹੁੰਦੀ ਹੈ, ਉਸਨੂੰ ਲੁਕਾਉਣ ਦੀ ਕੋਸ਼ਿਸ਼ ਕਰਦੇ ਨੇ। ਐਵੇਂ ਨਹੀਂ ਹੋਣਾ ਚਾਹੀਦਾ, ਕਿਉਂਕਿ ਜੇ ਬੈਡ ਨਿਊਜ਼ ਜਿੰਨੀ ਜਲਦੀ ਬਾਹਰ ਆਊਗੀ ਓਨਾ ਚੰਗਾ ਹੈ, ਕਿਉਂਕਿ ਉਸਨੂੰ ਅਸੀਂ ਕਵਰ ਅਪ ਜਲਦੀ ਕਰ ਸਕਦੇ ਹਾਂ। ਬਾਅਦ ਚੋਂ ਉਹ ਉਸਦੇ ਨਤੀਜੇ ਲੇਟ ਬਾਹਰ ਆਉਣ ਨਾਲ ਉਸਦੇ ਨਤੀਜੇ ਹੋਰ ਮਾੜੇ ਹੋ ਜਾਂਦੇ ਨੇ, ਤੇ ਉਹ ਕਾਰਪੋਰੇਟ ਕ੍ਰਾਈਸਿਸ ਦਾ ਫਾਰਮ ਲੈ ਲੈਂਦੀ ਹੈ। ਨਾਰਾਇਣ ਮੂਰਤੀ
ਨਾਰਾਇਣ ਮੂਰਤੀ ਇਨਫੋਸਿਸ ਦੇ ਫਾਊਂਡਿੰਗ ਮੈਂਬਰ ਨੇ। ਇਨਫੋਸਿਸ ਬਹੁਤ ਵੱਡੀ ਆਈਟੀ ਕੰਪਨੀ ਹੈ ਆਪਣੀ। ਇਨਫੋਸਿਸ ਦਾ ਕੇਸ ਤੁਹਾਨੂੰ ਕਾਰਪੋਰੇਟ ਗਵਰਨੈਂਸ ਨੂੰ ਲੈ ਕੇ ਪੜ੍ਹਨਾ ਚਾਹੀਦਾ ਹੈ। ਨਾਰਾਇਣ ਮੂਰਤੀ ਨੇ ਇੱਕ ਗੱਲ ਕਹੀ ਸੀ ਇਸ ਨੂੰ ਲੈ ਕੇ ਕਿ ਜੋ ਬੈਡ ਨਿਊਜ਼ ਹੈ ਉਸਨੂੰ ਤਾਂ ਤੁਸੀਂ ਲਿਫਟ ਰਾਹੀਂ ਭੇਜੋ, ਮਤਲਬ ਜਲਦੀ ਭੇਜੋ, ਤੇ ਜੋ ਗੁੱਡ ਨਿਊਜ਼ ਹੈ ਉਸਨੂੰ ਸਟੇਅਰ ਰਾਹੀਂ ਭੇਜੋ, ਉਸਨੂੰ ਹੌਲੀ ਹੌਲੀ ਲੀਕ ਕਰੋ। ਇਸਨੂੰ ਮੈਨੇਜ ਕਰਨ ਦਾ ਢੰਗ ਇਹੀ ਹੈ, ਠੀਕ ਹੈ। ਇਸ ਕਰਕੇ ਕਾਰਪੋਰੇਟ ਗਵਰਨੈਂਸ ਅਸੀਂ ਕਹਿੰਦੇ ਚੰਗੀ ਕਾਰਪੋਰੇਟ ਗਵਰਨੈਂਸ ਹੋਵੇ, ਟਰਾਂਸਪੇਰੈਂਸੀ ਹੋਵੇ। ਜੇਕਰ ਕੁਛ ਮਾੜਾ ਹੁੰਦਾ ਵੀ ਹੈ ਲਾਪਰਵਾਹੀ ਕਰਕੇ, ਅਨਇੰਟੈਂਸ਼ਨਲੀ ਜਾਂ ਫਿਰ ਇੰਟੈਂਸ਼ਨਲੀ, ਅਸੀਂ ਉਸਨੂੰ ਓਵਰਕਮ ਆਸਾਨੀ ਨਾਲ ਕਰ ਸਕਦੇ ਹਾਂ। ਸਾਡੀ ਉਸਨੂੰ ਓਵਰਕਮ ਕਰਨ ਦਾ ਤਰੀਕਾ ਇਫੈਕਟਿਵ ਅਤੇ ਐਫੀਸ਼ੀਐਂਟ ਹੋ ਜਾਂਦਾ ਹੈ। ਮੂਵਿੰਗ ਟੂ ਨੈਕਸਟ ਪੁਆਇੰਟ, ਇਨਹੈਂਸ ਇਨਵੈਸਟਰ ਟਰਸਟ। ਦੇਖੋ ਜੇ ਜਿੰਨੀ ਜ਼ਿਆਦਾ ਟਰਾਂਸਪੇਰੈਂਸੀ ਹੋਊਗੀ ਇਨਵੈਸਟਰ ਦਾ ਟਰਸਟ ਓਨਾ ਹੀ ਤੁਹਾਡੇ ਤੇ ਵਧੂਗਾ, ਤੇ ਉਹ ਕਦੇ ਵੀ ਆਪਣੀ ਇਨਵੈਸਟਮੈਂਟ ਵਿਡਰੋ ਨਹੀਂ ਕਰਨਗੇ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜੋ ਵੀ ਹੋ ਰਿਹਾ ਹੈ ਉਹਨਾਂ ਦੀ ਨੌਲੇਜ ਦੇ ਵਿੱਚ ਹੋ ਰਿਹਾ ਹੈ। ਇਨਵੈਸਟਰ ਦਾ ਟਰਸਟ ਡਿਪੈਂਡ ਕਰਦਾ ਹੈ ਕਿ ਤੁਸੀਂ ਕਿਸ ਲੈਵਲ ਤੱਕ ਡਿਸਕਲੋਜ਼ਰ ਕਰਦੇ ਹੋ ਆਪਣੀ ਅਕਾਊਂਟਿੰਗ ਪੋਲਿਸੀਜ਼ ਦਾ, ਫਾਈਨੈਂਸ਼ੀਅਲ ਰਿਪੋਰਟਸ ਦਾ, ਡਿਸੀਜਨ ਮੇਕਿੰਗ ਨੂੰ ਲੈ ਕੇ, ਠੀਕ ਹੈ। ਤੁਹਾਡੀ ਅਕਾਊਂਟੇਬਿਲਿਟੀ ਕੀ ਹੈ, ਤੁਸੀਂ ਆਪਣੀ ਜਵਾਬਦੇਹੀ ਕਿਵੇਂ ਤੈਅ ਕਰਦੇ ਹੋ। ਜੇ ਬੋਰਡ ਆਫ ਮੀਟਿੰਗ ਤੁਸੀਂ ਇਹ ਗੱਲ ਕਹਿੰਦੇ ਹੋ ਨਾ ਕਿ ਅਸੀਂ ਇਹ ਪ੍ਰੋਜੈਕਟ ਟੇਕ ਓਵਰ ਕੀਤਾ ਸੀਗਾ ਜੋ ਕਿ ਸਾਡੇ ਲਈ ਇੱਕ ਮਾੜਾ ਡਿਸੀਜਨ ਸਾਬਿਤ ਹੋਇਆ ਤੇ ਉਸਨੇ ਸਾਡੀ ਪਰਫਾਰਮੈਂਸ ਤੇ ਬੁਰਾ ਪ੍ਰਭਾਵ ਪਾਇਆ, ਤਾਂ ਉਸਦੇ ਵਿੱਚ ਕੋਈ ਹਰਜ ਨਹੀਂ। ਉਹਦੇ ਨਾਲ ਤੁਹਾਡੇ ਇਨਵੈਸਟਰ ਨਾਲ ਰਿਲੇਸ਼ਨ ਮਾੜੇ ਨਹੀਂ ਹੋਣਗੇ, ਸਗੋਂ ਚੰਗੇ ਹੋਣਗੇ, ਕਿਉਂਕਿ ਤੁਸੀਂ ਉਸਨੂੰ ਦੱਸ ਰਹੇ ਹੋ ਇਹ ਗੱਲ। ਜੇ ਗੱਲ ਲੁਕੋ ਰਹੇ ਹੋ, ਕਿਤੇ ਨਾ ਕਿਤੇ ਇਨਵੈਸਟਰ ਦੇ ਮਨ 'ਚ ਡਾਊਟ ਹੈ ਕਿ ਸਾਡੀ ਪਰਫਾਰਮੈਂਸ ਪਹਿਲਾਂ ਨਾਲੋਂ ਮਾੜੀ ਕਿਉਂ ਹੋ ਗਈ, ਤੇ ਉਸਦਾ ਡਾਊਟ ਕਲੀਅਰ ਨਹੀਂ ਹੋ ਰਿਹਾ, ਉੱਥੇ ਇਨਵੈਸਟਰ ਦਾ ਟਰਸਟ ਇਨਹੈਂਸ ਹੋਣ ਦੀ ਬਜਾਏ ਘਟੂਗਾ। ਇਸ ਕਰਕੇ ਡਿਸਕਲੋਜ਼ਰ ਤੇ ਟਰਾਂਸਪੇਰੈਂਸੀ ਬਹੁਤ ਵੱਡਾ ਫੈਕਟਰ ਹੈ ਇਨਵੈਸਟਰ ਦਾ ਟਰਸਟ ਗੇਨ ਕਰਨ ਲਈ। ਤੇ ਇਹਦੇ ਵਿੱਚ ਸਬੂਤ ਵੀ ਪਾਏ ਗਏ ਨੇ, ਐਵੀਡੈਂਸ ਵੀ ਹੈ। ਮੈਕਕਿੰਸੇ ਇੱਕ ਕਮਰਸ ਸੈਕਟਰ ਦੇ ਵਿੱਚ ਸਰਵੇ ਕਰਨ ਵਾਲੀ ਕਾਰਪੋਰੇਟ ਗਵਰਨੈਂਸ ਨੂੰ ਲੈ ਕੇ ਸਰਵੇ ਕੀਤਾ ਸੀ ਉਸਨੇ ਗਲੋਬਲ ਇੰਸਟੀਟਿਊਸ਼ਨ ਦਾ, ਜਿਹਦੇ ਵਿੱਚ ਇਹ ਗੱਲ ਸਾਹਮਣੇ ਆਈ ਕਿ ਇਨਵੈਸਟਰ 40% ਤੱਕ ਜ਼ਿਆਦਾ ਪੇ ਕਰਨ ਲਈ ਤਿਆਰ ਨੇ ਉਹ ਕੰਪਨੀ ਦੇ ਸ਼ੇਅਰ ਖਰੀਦਣ ਲਈ ਜਿੱਥੇ ਕਾਰਪੋਰੇਟ ਗਵਰਨੈਂਸ ਸੁਪੀਰੀਅਰ ਹੈ ਐਸ ਕੰਪੇਅਰ ਟੂ ਅਦਰ। ਇੱਕ ਚੰਗੀ ਕਾਰਪੋਰੇਟ ਗਵਰਨੈਂਸ ਵਾਲੀ ਜਗ੍ਹਾ ਤੇ ਉਹ 40% ਜ਼ਿਆਦਾ ਪੇ ਕਰਨਗੇ ਜਿੱਥੇ ਮਾੜੀ ਕਾਰਪੋਰੇਟ ਗਵਰਨੈਂਸ ਹੈ ਉਹਦੇ ਨਾਲੋਂ, ਠੀਕ ਹੈ। ਇਸ ਕਰਕੇ ਇਹ ਚੀਜ਼ਾਂ ਕਾਰਪੋਰੇਟ ਗਵਰਨੈਂਸ ਇੱਕ ਜ਼ਰੂਰੀ ਫੈਕਟਰ ਹੈ, ਇੱਕ ਅਸੈਂਸ਼ੀਅਲ ਫੈਕਟਰ ਹੈ, ਇਸ ਦੀ ਸਾਨੂੰ ਲੋੜ ਹੈ ਤਾਂ ਕਿ ਅਸੀਂ ਕੰਪਨੀ ਨੂੰ, ਦੇਖੋ ਕੰਪਨੀ ਨੂੰ ਮੈਨੇਜ ਕਰਨ ਦਾ ਅਲਟੀਮੇਟ ਗੋਲ ਕੀ ਹੈ, ਬੋਰਡ ਆਫ ਡਾਇਰੈਕਟਰਸ ਨੂੰ ਅਸੀਂ ਕਿਉਂ ਅਪੁਆਇੰਟ ਕਰਦੇ ਹਾਂ, ਤਾਂ ਕਿ ਕੰਪਨੀ ਦੀ ਵੈਲਿਊ ਵਧੇ ਮਾਰਕੀਟ ਦੇ ਵਿੱਚ, ਮਾਰਕੀਟ ਵੈਲਿਊ ਵਧੇ, ਠੀਕ ਹੈ। ਤਾਂ ਉਹਦੇ ਲਈ ਇਨਵੈਸਟਰ ਦਾ ਟਰਸਟ ਗੇਨ ਕਰਨਾ ਬਹੁਤ ਜ਼ਰੂਰੀ ਹੈ। ਹੁਣ ਤੁਸੀਂ ਦੇਖੋਗੇ ਸਾਰੇ ਪੁਆਇੰਟਸ ਇੱਕ ਦੂਜੇ ਨਾਲ ਇੰਟਰਲੇਟਡ ਨੇ। 5 ਪੁਆਇੰਟਸ ਮੈਂ ਕੀਤੇ ਨੇ, ਇੱਕ ਤਾਂ ਇੰਪਲਾਈਡ ਅਕਾਊਂਟੇਬਿਲਿਟੀ, ਦੇਖੋ ਇਹ ਉਹਨਾਂ ਦੀ ਜ਼ਿੰਮੇਵਾਰੀ ਹੈ, ਓਬਲੀਗੇਸ਼ਨ ਹੈ ਕਿ ਉਹ ਸਾਰਾ ਕੁਝ ਡਿਸਕਲੋਜ਼ ਕਰਨ। ਕਾਰਪੋਰੇਟ ਪਰਫਾਰਮੈਂਸ, ਜੇ ਚੰਗੀ ਕਾਰਪੋਰੇਟ ਗਵਰਨੈਂਸ ਹੋਊਗੀ ਤਾਂ ਫਾਈਨੈਂਸ਼ੀਅਲ ਪਰਫਾਰਮੈਂਸ ਚੰਗੀ ਹੋਵੇ ਨਾ ਹੋਵੇ ਉਹ ਬਾਅਦ ਦੀ ਗੱਲ ਹੈ, ਪਰ ਕਾਰਪੋਰੇਟ ਪਰਫਾਰਮੈਂਸ, ਮੈਨੇਜਮੈਂਟ ਦੀ ਪਰਫਾਰਮੈਂਸ ਚੰਗੀ ਮੰਨੀ ਜਾਊਗੀ। ਕਰਪਸ਼ਨ ਤੇ ਸਾਡਾ ਕੰਟਰੋਲ ਹੁੰਦਾ ਹੈ, ਕੋਆਪਰੇਟ ਕ੍ਰਾਈਸਿਸ ਅਤੇ ਸਕੈਂਡਲ ਦਾ ਰੋਲ ਘੱਟ ਜਾਂਦਾ ਹੈ, ਅਗਰ ਉਹ ਸਾਹਮਣੇ ਆਉਂਦੇ ਵੀ ਹੈ ਤਾਂ ਅਸੀਂ ਉਸਨੂੰ ਕੰਟਰੋਲ ਕਰਨ ਦੇ ਵਿੱਚ ਸਕਸੈਸਫੁਲ ਹੁੰਦੇ ਹਾਂ। ਤੇ ਇਹਨਾਂ ਸਾਰੇ ਫੈਕਟਰ ਕਰਕੇ ਇਨਵੈਸਟਰ ਦਾ ਟਰਸਟ ਵੱਧਦਾ ਹੈ, ਤੇ ਇਹਦੇ ਕਰਕੇ ਜਦ ਇਨਵੈਸਟਰ ਦਾ ਟਰਸਟ ਵੱਧਦਾ ਹੈ ਅਸੀਂ ਆਪਣੇ ਇਨਵੈਸਟਰਸ ਨੂੰ ਰਿਟੇਨ ਕਰਦੇ ਹਾਂ, ਉਹਦੇ ਕਰਕੇ ਐਂਟਰਪ੍ਰਾਈਜ਼ ਵੈਲਿਊਏਸ਼ਨ ਵੀ ਵੱਧਦੀ ਹੈ। ਦੇਖੋ ਜੇ ਕਈ ਵਾਰ ਹੋਇਆ ਤੁਸੀਂ ਸਨ ਫਾਰਮਾ ਇੰਡਸਟਰੀ ਬਾਰੇ, ਤੁਸੀਂ ਇਨਫੋਸਿਸ ਬਾਰੇ ਜਾ ਕੇ ਕੇਸ ਸਟੱਡੀ ਕਰਿਓ, ਇਨਫੋਸਿਸ ਐਂਡ ਕਾਰਪੋਰੇਟ ਗਵਰਨੈਂਸ ਇਸ਼ੂਜ਼, ਉਹਨਾਂ ਦੇ ਕਈ ਵਾਰ ਇਹ ਗੱਲ ਹੋਈ ਹੈ ਕਿ ਡਾਊਨਫਾਲ ਦੇਖਣ ਨੂੰ ਮਿਲਿਆ ਉਹਨਾਂ ਨੂੰ ਆਪਣੀ ਵੈਲਿਊਏਸ਼ਨ ਦੇ ਵਿੱਚ, ਕਿਸ ਕਰਕੇ, ਕਾਰਪੋਰੇਟ ਗਵਰਨੈਂਸ ਇਸ਼ੂਜ਼ ਕਰਕੇ। ਇੱਕ CEO ਦੀ
ਸੈਲਰੀ ਦੇ ਵਿੱਚ 50% ਜੰਪ ਹੋ ਜਾਂਦਾ ਹੈ ਤੇ ਸ਼ੇਅਰ ਹੋਲਡਰਸ ਨੂੰ ਬੋਰਡ ਆਫ ਡਾਇਰੈਕਟਰਸ ਇਹ ਜਸਟੀਫਾਈ ਕਰਨ ਦੇ ਵਿੱਚ ਫੇਲ ਹੁੰਦੇ ਨੇ ਜਾਂ ਜਸਟੀਫਾਈ ਨਹੀਂ ਕਰਨਾ ਚਾਹੁੰਦੇ ਕਿ ਇਹ ਹਾਈਕ ਸੈਲਰੀ ਦੇ ਵਿੱਚ ਇੰਨਾ ਜ਼ਿਆਦਾ ਕਿਉਂ ਹੋਇਆ। ਡਾਊਟਸ ਮਨ ਦੇ ਵਿੱਚ ਹੁੰਦੇ ਨੇ, ਡਾਊਟਸ ਹੋਣ ਕਰਕੇ ਟਰਸਟ ਫੈਕਟਰ ਤੇ ਇੰਪੈਕਟ ਪੈਂਦਾ ਹੈ, ਟਰਸਟ ਫੈਕਟਰ ਹੋਣ ਕਰਕੇ ਕੁਝ ਇਨਵੈਸਟਰ ਹੋ ਸਕਦਾ ਮੂਵ ਕਰ ਜਾਣ। ਇਨਵੈਸਟਰ ਮਾਰਕੀਟ ਦੇ ਵਿੱਚ ਆਪਣੇ ਸ਼ੇਅਰ ਵੇਚਣ ਜਾਂਦੇ ਨੇ, ਜਿਹੜੇ ਪੁਰਾਣੇ ਇਨਵੈਸਟਰ ਨੇ, ਪ੍ਰਮੋਟਰਸ ਨੇ, ਫਾਊਂਡਿੰਗ ਮੈਂਬਰਸ ਨੇ, ਤਾਂ ਕਿਤੇ ਨਾ ਕਿਤੇ ਇਹ ਮਾਰਕੀਟ ਦੇ ਵਿੱਚ ਜਦ ਨਿਊਜ਼ ਆਉਂਦੀ ਹੈ ਤਾਂ ਕਿਤੇ ਨਾ ਕਿਤੇ ਕੰਪਨੀ ਦੀ ਵੈਲਿਊਏਸ਼ਨ ਤੇ ਇਫੈਕਟ ਪੈਂਦਾ ਹੈ ਤੇ ਇਸ ਨੂੰ ਅਵੋਇਡ ਕਰਨ ਵਾਸਤੇ, ਕੰਪਨੀ ਦੀ ਵੈਲਿਊਏਸ਼ਨ ਨੂੰ ਇਨਹੈਂਸ ਕਰਨ ਵਾਸਤੇ ਚੰਗੀ ਕਾਰਪੋਰੇਟ ਗਵਰਨੈਂਸ ਹੋਣਾ ਜ਼ਰੂਰੀ ਹੈ। ਹੁਣ ਦੇਖੋ ਗੱਲ ਐਂਡ ਦੇ ਵਿੱਚ ਉਹੀ ਆ ਗਈ, ਜਦ ਇੱਕ ਚੰਗੀ ਕਾਰਪੋਰੇਟ ਗਵਰਨੈਂਸ ਹੋਊਗੀ ਤਾਂ ਇਨਵੈਸਟਰ ਦਾ ਤੁਹਾਡੇ ਉੱਤੇ ਟਰਸਟ ਹੈ। ਬਿਸਾਈਡਸ ਦੈਟ ਤੁਹਾਡੀ ਪਬਲਿਕ ਇਮੇਜ ਅੱਛੀ ਹੋਏਗੀ, ਜੋ ਤੁਹਾਡੇ ਪੋਟੈਂਸ਼ੀਅਲ ਇਨਵੈਸਟਰ ਹੋਣਗੇ। ਇੰਸਟੀਟਿਊਸ਼ਨਸ ਦੇ ਵਿੱਚ ਤੁਹਾਡੀ ਰੇਟਿੰਗ ਅੱਛੀ ਜਾਏਗੀ। ਜਦ ਕਾਰਪੋਰੇਟ ਗਵਰਨੈਂਸ ਚੰਗੀ ਹੋਊ, ਇਨਵੈਸਟਰ ਰਿਟੇਨ ਕਰਨਗੇ, ਕਾਰਪੋਰੇਟ ਦੀ ਵੈਲਿਊਏਸ਼ਨ ਚੰਗੀ ਹੋਊਗੀ ਤਾਂ ਉਸਦੀ ਕ੍ਰੈਡਿਟ ਰੇਟਿੰਗ ਵੀ ਚੰਗੀ ਹੋਵੇਗੀ। ਕ੍ਰੈਡਿਟ ਰੇਟਿੰਗ ਚੰਗੀ ਹੋਵੇਗੀ ਤਾਂ ਉਹਨੂੰ ਇੰਸਟੀਟਿਊਸ਼ਨਲ ਇਨਵੈਸਟਮੈਂਟ ਨੂੰ ਅਟਰੈਕਟ ਕਰਨਾ ਬੜਾ ਹੀ ਈਜ਼ੀ ਰਹੇਗਾ। ਠੀਕ ਹੈ, ਜੋ ਇੰਸਟੀਟਿਊਸ਼ਨਲ ਇਨਵੈਸਟਰ ਹੁੰਦੇ ਨੇ ਜਿਵੇਂ ਕਿ LIC ਜਾਂ ਬੈਂਕ ਜਾਂ ਫਿਰ ਕੀ ਕਹਿੰਦੇ ਹੁੰਦੇ ਆ ਆਪਾਂ, EMPLOYEE ਸਟਾਕ ਇੰਸ਼ੋਰੈਂਸ ਸਕੀਮ ਵਾਲੇ ਜਾਂ ਫਿਰ EMPLOYEE ਪ੍ਰੋਵੀਡੈਂਟ ਫੰਡ ਵਾਲੇ, ਜੋ ਇੰਸਟੀਟਿਊਸ਼ਨਲ ਇਨਵੈਸਟਰ ਹੁੰਦੇ ਨੇ, ਉਹ ਉਸ ਜਗ੍ਹਾ ਤੇ ਇਨਵੈਸਟ ਕਰਨਾ ਪਸੰਦ ਕਰਦੇ ਨੇ ਜਿੱਥੇ ਚੰਗੀ ਕਾਰਪੋਰੇਟ ਗਵਰਨੈਂਸ ਹੋਵੇ, ਟਰਾਂਸਪੇਰੈਂਸੀ ਹੋਵੇ, ਟਰਸਟ ਵਰਦੀਨੈਸ ਹੋਵੇ। ਤਾਂ ਅਗਰ ਚੰਗੀ ਕਾਰਪੋਰੇਟ ਗਵਰਨੈਂਸ ਹੈ, ਇਹ ਤੁਹਾਨੂੰ ਹੈਲਪ ਕਰੂਗੀ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਤੋਂ ਫੰਡ ਰੇਜ਼ ਕਰਨ ਦੇ ਵਿੱਚ। ਲਾਸਟ ਬਟ ਨੋਟ ਦੀ ਲੀਸਟ, ਦੇਖੋ ਪੁਆਇੰਟਸ ਜਿੰਨੇ ਮਰਜ਼ੀ ਬਣਾ ਲਓ ਪਰ ਸਫੀਸ਼ੀਐਂਟ ਹੁੰਦੇ ਨੇ 8 ਤੋਂ 10 ਪੁਆਇੰਟਸ। ਕਾਰਪੋਰੇਟ ਗਵਰਨੈਂਸ ਨਾਲ ਤੁਸੀਂ ਲੋਕਲ ਇਨਵੈਸਟਰ ਦੇ ਨਾਲ ਨਾਲ ਗਲੋਬਲ ਮਾਰਕੀਟ ਦੇ ਵਿੱਚ ਵੀ ਅਟਰੈਕਟ ਕਰ ਸਕਦੇ ਹੋ, ਫੋਰਨ ਇਨਵੈਸਟਮੈਂਟ ਨੂੰ ਵੀ ਅਟਰੈਕਟ ਕਰ ਸਕਦੇ ਹੋ। ਜੇ ਤੁਹਾਡੀ ਪੂਅਰ ਗਵਰਨੈਂਸ ਹੈ ਤਾਂ ਤੁਸੀਂ ਲੋਕਲ ਇਨਵੈਸਟਰ ਨੂੰ ਵੀ ਅਟਰੈਕਟ ਨਹੀਂ ਕਰ ਸਕਦੇ। ਇਹ ਨਾਲੇ ਗਵਰਨੈਂਸ ਦਾ ਮੈਟਰ ਨਾ ਇੱਥੇ ਗਲੋਬਲ ਇਨਵੈਸਟਮੈਂਟ ਦੇ ਵਿੱਚ ਸਿਰਫ ਕੰਪਨੀ ਲੈਵਲ ਤੇ ਨਹੀਂ, ਗਵਰਨਮੈਂਟ ਲੈਵਲ ਤੇ ਵੀ ਗਵਰਨੈਂਸ ਦਾ ਇਸ਼ੂ ਹੁੰਦਾ ਹੈ। ਜਦ ਅਸੀਂ ਫੋਰਨ ਇਨਵੈਸਟਮੈਂਟ ਦੀ ਗੱਲ ਕਰਦੇ ਹਾਂ ਤਾਂ ਕੰਪਨੀ ਲੈਵਲ ਤੇ ਨਹੀਂ, ਗਵਰਨਮੈਂਟ ਲੈਵਲ ਤੇ ਵੀ ਗਵਰਨੈਂਸ ਦਾ ਇਸ਼ੂ ਹੁੰਦਾ ਹੈ। ਠੀਕ ਹੈ, ਚੰਗੀ ਗਵਰਨੈਂਸ, ਜੇ ਕਾਰਪੋਰੇਟ ਗਵਰਨੈਂਸ ਹੈ, ਦੇਖੋ ਉਹਦੇ ਫੀਚਰ ਕੀ ਨੇ, ਟਰਾਂਸਪੇਰੈਂਸੀ ਹੈ, ਅਕਾਊਂਟੇਬਿਲਿਟੀ ਹੈ, ਫੁੱਲ ਡਿਸਕਲੋਜ਼ਰ ਹੈ ਅਕਾਊਂਟਿੰਗ ਸਟੇਟਮੈਂਟਸ ਦਾ, ਕੁਝ ਵੀ ਹਿਡਨ ਨਹੀਂ ਹੈ ਟ੍ਰੇਡ ਸੀਕ੍ਰੇਟਸ ਨੂੰ ਛੱਡ ਕੇ। ਠੀਕ ਹੈ, ਜੋ ਵੀ ਡਿਸੀਜਨ ਮੇਕਿੰਗ ਹੈ ਉਹ ਬਿਲਕੁਲ ਕਲੀਅਰ ਕੱਟ ਹੁੰਦੀ ਹੈ। ਮਤਲਬ ਜੋ ਬੋਰਡ ਆਫ ਡਾਇਰੈਕਟਰਸ ਨੇ ਉਹ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਸਾਰੇ ਸਟੇਕ ਹੋਲਡਰ ਦੇ ਇੰਟਰਸਟ ਨੂੰ ਬੈਲੈਂਸ ਨਾਲ ਲੈ ਕੇ ਚੱਲਦੇ ਹੋਏ ਪ੍ਰੋਪਰ ਡਿਸੀਜਨ ਮੇਕਿੰਗ ਲੈਂਦੇ ਨੇ। ਕਾਰਪੋਰੇਟ ਸਕੈਮ ਦੇ ਚਾਂਸਸ ਘੱਟ ਨੇ, ਸਕੈਂਡਲ ਦੇ ਚਾਂਸਸ ਘੱਟ ਨੇ, ਅਪਾਇੰਟਮੈਂਟ ਆਫ ਬੋਰਡ ਆਫ ਡਾਇਰੈਕਟਰਸ ਦੇ ਵਿੱਚ ਟਰਾਂਸਪੇਰੈਂਸੀ ਹੈ। ਇਹਦੇ ਨਾਲ ਕੀ ਹੋਊਗਾ, ਕਿੱਥੇ ਵੀ ਚਾਹੇ ਲੋਕਲ ਲੈਵਲ ਤੇ ਹੈ ਚਾਹੇ ਗਲੋਬਲ ਲੈਵਲ ਤੇ ਹੈ, ਇਨਵੈਸਟਰ ਤੁਹਾਡੇ ਵਿੱਚ ਇਨਵੈਸਟ ਕਰਨਾ ਚਾਹੂਗਾ, ਕਿਉਂਕਿ ਇਹ ਫੈਕਟਰ ਇੰਟਰ ਰਿਲੇਟਡ ਨੇ। ਕਾਰਪੋਰੇਟ ਗਵਰਨੈਂਸ ਨਾਲ ਤੁਹਾਡੀ ਪਰਫਾਰਮੈਂਸ ਵੀ ਅੱਛੀ ਹੋਊਗੀ, ਇਨਵੈਸਟਰ ਦਾ ਟਰਸਟ ਵੀ ਵਧੂਗਾ, ਤੇ ਦੋਨੋਂ ਫੈਕਟਰ ਲੀਡ ਕਰਨਗੇ ਬੈਟਰ ਐਕਸੈਸ ਟੂ ਗਲੋਬਲ ਮਾਰਕੀਟ। ਤਾਂ ਕਨਕਲੂਜਨ ਅਸੀਂ ਇਹ ਕੱਢ ਸਕਦੇ ਹਾਂ ਕਿ ਕਾਰਪੋਰੇਟ ਗਵਰਨੈਂਸ ਫਾਈਨੈਂਸ਼ੀਅਲ ਪਰਫਾਰਮੈਂਸ ਦੇ ਨਾਲ ਨਾਲ ਕਾਰਪੋਰੇਟ ਪਰਫਾਰਮੈਂਸ, ਜਿਸ ਨੂੰ ਅਸੀਂ ਇਨਵੈਸਟਰ ਟਰਸਟ ਨੂੰ ਗੇਨ ਕਰਨਾ, ਚੰਗੀ ਡਿਸੀਜਨ ਮੇਕਿੰਗ ਹੋਣਾ, ਕਾਰਪੋਰੇਟ ਕ੍ਰਾਈਸਿਸ ਨੂੰ ਰੋਕਣਾ ਜਾਂ ਉਸਨੂੰ ਬੈਟਰ ਢੰਗ ਨਾਲ ਹੈਂਡਲ ਕਰਨਾ, ਇਹ ਚੀਜ਼ਾਂ ਦੇ ਲਈ ਜ਼ਰੂਰੀ ਹੈ, ਸਾਨੂੰ ਇਸ ਦੀ ਲੋੜ ਹੈ। ਹੁਣ ਅਸੀਂ ਗੱਲ ਕਰਦੇ ਹਾਂ ਸਕੋਪ ਦੀ। ਸਕੋਪ ਦਾ ਇੱਥੇ ਕੀ ਮਤਲਬ ਹੈ
ਸਕੋਪ ਆਫ ਕਾਰਪੋਰੇਟ ਗਵਰਨੈਂਸ ਦਾ ਮਤਲਬ ਕਾਰਪੋਰੇਟ ਗਵਰਨੈਂਸ ਦੇ ਵਿੱਚ ਅਸੀਂ ਕਿਹੜੇ ਮੈਟਰਸ ਨੂੰ ਲੁੱਕ ਐਟ ਕਰਦੇ ਹਾਂ, ਕਿਹੜੇ ਮੈਟਰਸ ਅਸੀਂ ਕਵਰ ਅਪ ਕਰਦੇ ਹਾਂ ਕਾਰਪੋਰੇਟ ਗਵਰਨੈਂਸ ਦੇ ਵਿੱਚ, ਕਿਹੜੇ ਮੁੱਦੇ ਆਉਂਦੇ ਨੇ। ਸਭ ਤੋਂ ਪਹਿਲਾਂ ਲਾ, ਪ੍ਰੋਸੀਜਰਸ ਐਂਡ ਰੂਲਸ। ਕਾਰਪੋਰੇਟ ਗਵਰਨੈਂਸ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਡੀਲ ਕਰਦੇ ਹਾਂ ਕਿ ਕੰਪਨੀ ਬੋਰਡ ਆਫ ਡਾਇਰੈਕਟਰਸ ਦੀ ਅਪਾਇੰਟਮੈਂਟ, ਆਡੀਟਰਸ ਦੀ ਅਪਾਇੰਟਮੈਂਟ, ਬੋਰਡ ਮੀਟਿੰਗਸ, ਸ਼ੇਅਰਸ ਇਸ਼ੂ ਕਰਨਾ, ਲੋਨ ਲੈਣਾ। ਦੇਖੋ ਕੰਪਨੀ ਐਕਟ 2013 ਹੈ, ਬਹੁਤ ਬ੍ਰੌਡ ਐਕਟ ਹੈ। ਉਸ ਤੋਂ ਇਲਾਵਾ ਹੋਰ ਕਈ ਪ੍ਰੋਵੀਜ਼ਨਸ, ਕਈ ਪ੍ਰੋਸੀਜਰ ਤੇ ਕਈ ਰੂਲ ਕੰਪਨੀ ਉੱਤੇ ਐਪਲੀਕੇਬਲ ਹੈ। ਕਾਰਪੋਰੇਟ ਗਵਰਨੈਂਸ ਇਹ ਇਨਸ਼ੋਰ ਕਰਦੀ ਹੈ ਕਿ ਅਸੀਂ ਕਿਸੇ ਲਾ, ਪ੍ਰੋਸੀਜਰ ਐਂਡ ਰੂਲ ਨੂੰ ਕੰਟਰਾਵੈਨ ਨਾ ਕਰੀਏ, ਕੋਈ ਓਫੈਂਸ ਨਾ ਕਰੀਏ, ਕਿਉਂਕਿ ਜੇ ਤੁਸੀਂ ਲਾ ਨੂੰ ਫੋਲੋ ਨਹੀਂ ਕਰਦੇ ਤਾਂ ਕਾਰਪੋਰੇਟ ਗਵਰਨੈਂਸ ਤੁਹਾਡੀ ਚੰਗੀ ਨਹੀਂ ਮੰਨੀ ਜਾਊਗੀ। ਠੀਕ ਹੈ, ਤੁਸੀਂ ਕੋਈ ਅਫੈਂਸ ਕਰਦੇ ਹੋ, ਤੁਹਾਨੂੰ ਲੀਗਲ ਪ੍ਰੋਸੀਜਰ, ਲੀਗਲ ਕੰਸੀਕੁਐਂਸਸ ਫੇਸ ਕਰਨੇ ਪੈ ਰਹੇ ਨੇ, ਤਾਂ ਉਹ ਚੰਗੀ ਕਾਰਪੋਰੇਟ ਗਵਰਨੈਂਸ ਦੀ ਨਿਸ਼ਾਨੀ ਨਹੀਂ ਹੈ। ਤਾਂ ਕਾਰਪੋਰੇਟ ਗਵਰਨੈਂਸ ਦੇ ਵਿੱਚ ਇੱਕ ਐਸਪੈਕਟ ਇਹ ਹੈ ਕਿ ਤੁਸੀਂ ਲਾ, ਪ੍ਰੋਸੀਜਰਸ ਐਂਡ ਰੂਲਸ ਨੂੰ ਬੜੇ ਧਿਆਨ ਨਾਲ ਸਮਝਦੇ ਹੋ ਤੇ ਉਸਨੂੰ ਫੋਲੋ ਕਰਦੇ ਹੋ, ਤੇ ਉਹ ਐਸਪੈਕਟਸ ਨੂੰ ਧਿਆਨ ਦੇ ਵਿੱਚ ਰੱਖਦੇ ਹੋ। ਸਟਰਕਚਰਿੰਗ ਆਫ ਬੋਰਡਸ, ਬੋਰਡ ਆਫ ਡਾਇਰੈਕਟਰਸ ਦੀ ਅਪਾਇੰਟਮੈਂਟ, ਉਹਨਾਂ ਦਾ ਰੈਮੂਨਰੇਸ਼ਨ, ਉਹਨਾਂ ਦਾ ਰਿਮੂਵਲ, ਉਹਨਾਂ ਦੀ ਟਰਮਸ ਐਂਡ ਕੰਡੀਸ਼ਨਸ ਜੋ ਵੀ ਅਪਾਇੰਟਮੈਂਟ ਦੀਆਂ ਹੁੰਦੀਆਂ ਨੇ, ਇਹ ਬਹੁਤ ਜ਼ਰੂਰੀ ਹੈ। ਬੋਰਡ ਆਫ ਡਾਇਰੈਕਟਰਸ ਇੱਕ ਤਾਂ ਸਾਰੇ ਸ਼ੇਅਰ ਹੋਲਡਰਸ ਨੂੰ ਰਿਪਰੈਜ਼ੈਂਟ ਕਰਨੇ ਚਾਹੀਦੇ, ਅਲੱਗ-ਅਲੱਗ ਜੋ ਤੁਹਾਡੇ ਪਾਰਟਿਸਪੈਂਟਸ ਹੈ ਉਹਨਾਂ ਨੂੰ ਰਿਪਰੈਜ਼ੈਂਟ ਕਰਨੇ ਚਾਹੀਦੇ ਨੇ। ਇਮਾਨਦਾਰ ਬੋਰਡ ਆਫ ਡਾਇਰੈਕਟਰਸ ਹੋਣੇ ਚਾਹੀਦੇ ਨੇ। ਉਹਨਾਂ ਦੀ ਅਪਾਇੰਟਮੈਂਟ ਤੇ ਉਹਨਾਂ ਦੀ ਪਾਵਰਸ ਕੀ ਨੇ ਉਹ ਕੰਟਰੋਲ ਹੋਣਾ ਚਾਹੀਦਾ ਉਸ ਚੀਜ਼ ਤੇ, ਕਿਉਂਕਿ ਐਬਸੋਲੂਟ ਪਾਵਰ ਕਿਤੇ ਨਾ ਕਿਤੇ ਕਰਪਟ ਕਰ ਦਿੰਦੀ ਹੈ। ਬੋਰਡ ਆਫ ਡਾਇਰੈਕਟਰਸ ਬਹੁਤ ਮੇਜਰ ਰੋਲ ਪਲੇ ਕਰਦੇ ਨੇ ਕਾਰਪੋਰੇਟ ਗਵਰਨੈਂਸ ਦੇ ਵਿੱਚ, ਕੰਪਨੀ ਨੂੰ ਮੈਨੇਜ ਕਰਨ ਦੇ ਵਿੱਚ। ਦੇ ਆਰ ਜਸਟ ਲਾਈਕ ਡਰਾਈਵਰ, ਦੇ ਆਰ ਜਸਟ ਲਾਈਕ ਕੈਪਟਨ ਆਫ ਦੀ ਸ਼ਿਪ। ਕੈਪਟਨ ਆਫ ਦੀ ਸ਼ਿਪ ਆਪਣੇ ਬਾਰੇ ਵੀ ਸੋਚ ਸਕਦਾ ਹੈ। ਨੇਵੀ ਦੇ ਵਿੱਚ ਜੋ ਕੈਪਟਨ ਹੈ, ਠੀਕ ਹੈ, ਜੋ ਤੁਹਾਡਾ ਐਕਸਪੋਰਟ ਇੰਪੋਰਟ ਦੇ ਵਿੱਚ ਤੁਹਾਡਾ ਕੰਮ ਕਰ ਰਿਹਾ ਹੈ, ਠੀਕ ਹੈ, ਤੁਹਾਡਾ ਸਮਾਨ ਕੈਰੀ ਕਰਕੇ ਜਾ ਰਿਹਾ, ਸ਼ਿਪਮੈਂਟ ਲੈ ਕੇ ਜਾ ਰਿਹਾ ਤੁਹਾਡੀ, ਤਾਂ ਉਹ ਆਪਣੀ ਵੀ ਸੋਚ ਸਕਦਾ ਹੈ। ਰਸਤੇ ਦੇ ਵਿੱਚ ਕਿਸੇ ਪੋਰਟ ਤੇ ਕਰਪਸ਼ਨ ਵੀ ਕਰ ਸਕਦਾ, ਉਹ ਸ਼ਿਪਮੈਂਟ ਕਿਸੇ ਨੂੰ ਸੇਲ ਵੀ ਕਰ ਸਕਦਾ, ਬਾਅਦ ਚੋਂ ਤੁਹਾਨੂੰ ਕਹੇ ਕਿ ਲੁਟੇਰੇ ਆਏ ਸੀ ਲੁੱਟ ਕੇ ਲੈ ਗਏ। ਤਾਂ ਕੈਪਟਨ ਆਫ ਦੀ ਸ਼ਿਪ ਦਾ ਜੋ ਰੋਲ ਹੁੰਦਾ ਉਹੀ ਬੋਰਡ ਆਫ ਡਾਇਰੈਕਟਰਸ ਦਾ ਰੋਲ ਹੁੰਦਾ। ਇਸ ਕਰਕੇ ਉਹਨਾਂ ਦੀ ਅਪਾਇੰਟਮੈਂਟ ਟਰਾਂਸਪੇਰੈਂਟ ਹੋਵੇ, ਉਹਨਾਂ ਦੀ ਅਪਾਇੰਟਮੈਂਟ ਟਰਾਂਸਪੇਰੈਂਟ ਹੋਵੇ ਤੇ ਫੇਅਰ ਮੈਨਰ ਦੇ ਵਿੱਚ ਉਹਨਾਂ ਦੀ ਅਪਾਇੰਟਮੈਂਟ ਹੋਵੇ, ਉਹਨਾਂ ਦਾ ਰੈਮੂਨਰੇਸ਼ਨ ਫੇਅਰ ਮੈਨਰ ਦੇ ਵਿੱਚ ਡਿਸਾਈਡ ਹੋਵੇ। ਐਵੇਂ ਨਾ ਹੋਵੇ ਕਿ ਬੋਰਡ ਆਫ ਡਾਇਰੈਕਟਰਸ ਆਪਣਾ ਰੈਮੂਨਰੇਸ਼ਨ ਆਪ ਹੀ ਵਧਾਈ ਜਾਣ ਤੇ ਕੰਪਨੀ ਨੂੰ ਘਾਟੇ ਦੇ ਵਿੱਚ ਤੋਰੀ ਜਾਣ। ਇਹ ਬਹੁਤ ਇੰਪੋਰਟੈਂਟ ਐਸਪੈਕਟਸ ਨੇ। ਕੰਸਟੀਟਿਊਸ਼ਨ ਆਫ ਕਮੇਟੀਜ਼, ਜੋ ਡਿਫਰੈਂਟ ਕਮੇਟੀਜ਼ ਹੁੰਦੇ ਨੇ, ਜਿਵੇਂ ਕਿ ਰੈਮੂਨਰੇਸ਼ਨ ਕਮੇਟੀ, ਆਡਿਟ ਕਮੇਟੀ, ਉਹ ਵੀ ਕਾਰਪੋਰੇਟ ਗਵਰਨੈਂਸ ਦੇ ਦਾਇਰੇ ਦੇ ਵਿੱਚ ਆਉਂਦੀ ਹੈ। ਇੰਡੀਪੈਂਡੈਂਟ ਆਡਿਟ ਕਮੇਟੀ ਹੋਣਾ ਜ਼ਰੂਰੀ ਹੈ, ਕਿਉਂਕਿ ਜੇ ਇੰਡੀਪੈਂਡੈਂਟ ਆਡਿਟ ਕਮੇਟੀ ਨਹੀਂ ਹੋਊਗੀ, ਆਡਿਟ ਕਮੇਟੀ ਨੂੰ ਉਨੀ ਆਜ਼ਾਦੀ ਨਹੀਂ ਮਿਲੂਗੀ ਜਿੰਨੀ ਆਜ਼ਾਦੀ ਉਹਨੂੰ ਮਿਲਣੀ ਚਾਹੀਦੀ ਹੈ, ਤਾਂ ਕਿਤੇ ਨਾ ਕਿਤੇ ਤੁਸੀਂ ਆਡਿਟ ਰਿਪੋਰਟ ਤੋਂ ਟਰੂ ਐਂਡ ਫੇਅਰ ਵਿਊ ਨਹੀਂ ਲੈ ਸਕਦੇ। ਰੈਮੂਨਰੇਸ਼ਨ ਕਮੇਟੀ ਵੀ ਸਹੀ ਹੋਣੀ ਚਾਹੀਦੀ ਹੈ। ਐ ਨਾ ਹੋਵੇ ਕਿ ਬੋਰਡ ਆਫ ਡਾਇਰੈਕਟਰਸ ਆਪਣਾ ਰੈਮੂਨਰੇਸ਼ਨ ਵਿਦਾਊਟ ਇੰਪਰੂਵਿੰਗ ਦੀ ਫਾਈਨੈਂਸ਼ੀਅਲ ਪਰਫਾਰਮੈਂਸ ਆਫ ਦੀ ਕੰਪਨੀ ਐਵੇਂ ਹੀ ਵਧਾਈ ਜਾਣ। ਤਾਂ ਕੰਸਟੀਟਿਊਸ਼ਨ ਆਫ ਕਮੇਟੀ ਵੀ ਕਾਰਪੋਰੇਟ ਗਵਰਨੈਂਸ ਦੇ ਦਾਇਰੇ ਦੇ ਵਿੱਚ ਆਉਂਦੀ ਹੈ। ਬੋਰਡ ਸਿਸਟਮਸ ਐਂਡ ਪ੍ਰੋਸੀਜਰਸ, ਬੋਰਡ ਦੇ ਸਿਸਟਮ ਕਿ ਬੋਰਡ ਮੀਟਿੰਗਸ ਦਾ ਕਿੰਨੇ ਟਾਈਮ ਬਾਅਦ ਹੋਣੀ ਚਾਹੀਦੀ ਹੈ, ਕਿਆ ਹੋਣਾ ਚਾਹੀਦਾ ਹੈ, ਡਿਸੀਜਨ ਮੇਕਿੰਗ ਕਿਵੇਂ ਹੋਣੀ ਚਾਹੀਦੀ ਹੈ, ਬੋਰਡ ਦੇ ਲੈਵਲ ਤੇ ਮੀਟਿੰਗਸ ਕਿਵੇਂ ਹੁੰਦੀਆਂ ਨੇ, ਡਿਸੀਜਨ ਮੇਕਿੰਗ ਕਿਵੇਂ ਹੁੰਦੀ ਹੈ, ਐਕਸੈਟਰਾ, ਉਹ ਵੀ ਕਾਰਪੋਰੇਟ ਗਵਰਨੈਂਸ ਦੇ ਦਾਇਰੇ ਦੇ ਵਿੱਚ ਆਉਂਦਾ ਹੈ। ਕੋਡ ਆਫ ਐਥਿਕਸ, ਆਪਾਂ ਨੇ ਪਹਿਲਾਂ ਗੱਲ ਕਿਹਾ ਸੀ ਗਵਰਨੈਂਸ ਇਜ਼ ਵੈਲਿਊ ਓਰੀਐਂਟਡ, ਐਥਿਕਸ ਵੀ ਇੱਕ ਕੰਸੀਡਰੇਬਲ ਫੈਕਟਰ ਹੈ। ਕੋਡ ਆਫ ਐਥਿਕਸ ਐਂਡ ਕੋਡ ਆਫ ਗਵਰਨੈਂਸ ਇੱਕ ਰਿਟਨ ਡਾਕੂਮੈਂਟਸ ਹੁੰਦੇ ਨੇ ਜੋ ਕੰਪਨੀ ਦੇ ਵਿੱਚ ਕਿਹੜੇ ਐਥੀਕਲ ਪ੍ਰੈਕਟਿਸਿਸ ਫੋਲੋ ਕੀਤੀਆਂ ਜਾਣੀਆਂ ਚਾਹੀਦੀਆਂ ਨੇ ਤੇ ਕਰਨੀਆਂ ਚਾਹੀਦੀਆਂ ਨੇ, ਕੋਡ ਆਫ ਕੰਡਕਟ ਵਗੈਰਾ, ਉਹ ਗੱਲਾਂ ਦੱਸਦੀਆਂ ਨੇ ਕਿ ਅਸੀਂ ਕੋਈ ਗਿਫਟ ਨਹੀਂ ਐਕਸੈਪਟ ਕਰਦੇ, ਇੱਥੇ ਕੋਈ ਬਰਾਈਬਰੀ ਨਹੀਂ ਐਕਸੈਪਟ ਕੀਤੀ ਜਾਂਦੀ। ਉਸ ਤਰ੍ਹਾਂ ਦੀਆਂ ਗੱਲਾਂ ਜੋ ਰਿਟਨ ਦੇ ਵਿੱਚ ਦਿੱਤੀਆਂ ਜਾਂਦੀਆਂ ਨੇ ਉਸਨੂੰ ਅਸੀਂ ਕੋਡ ਆਫ ਐਥਿਕਸ ਐਂਡ ਗਵਰਨੈਂਸ
ਕਹਿੰਦੇ ਆ। देखो, ट्रू एंड फाइनेंशियल स्टेटमेंट्स इज वन ऑफ द इंपॉर्टेंट एस्पेक्ट ऑफ कॉर्पोरेट गवर्नेंस। फाइनेंशियल स्टेटमेंट ट्रू एंड फेयर होनी चाहिए। अगर वो ट्रू एंड फेयर नहीं है तो अगे ना किते जाके ਤੁਸੀਂ ਉਸ ਨੂੰ ਲੁਕੋ ਨਹੀਂ ਸਕਦੇ ਹੈਗੇ, ਕਿਤੇ ਨਾ ਕਿਤੇ ਜਾ ਕੇ ਡਿਸਕਲੋਜ਼ ਹੋਣਗੀਆਂ ਜੋ ਤੁਹਾਡੇ ਕਾਰਪੋਰੇਟ ਕ੍ਰਾਈਸਿਸ ਦਾ ਰੀਜ਼ਨ ਬਣਨਗੀਆਂ। ਫੁੱਲ ਡਿਸਕਲੋਜ਼ਰ, ਸ਼ੁਰੂ ਤੋਂ ਅਸੀਂ ਟਰਾਂਸਪੇਰੈਂਸੀ ਦੀ ਗੱਲ ਕਰਦੇ ਆ ਰਹੇ ਹਾਂ, ਤਾਂ ਕਾਰਪੋਰੇਟ ਗਵਰਨੈਂਸ ਦੇ ਵਿੱਚ ਦੇਖੋ, ਕਾਰਪੋਰੇਟ ਗਵਰਨੈਂਸ ਦੇ ਵਿੱਚ ਟਰਾਂਸਪੇਰੈਂਸੀ ਬਹੁਤ ਜ਼ਿਆਦਾ ਕ੍ਰੂਸ਼ਲ ਫੈਕਟਰ ਹੈ। ਟਰਾਂਸਪੇਰੈਂਸੀ, ਅਕਾਊਂਟੇਬਿਲਿਟੀ, ਫੇਅਰਨੈਸ। ਅਗਲੇ ਲੈਕਚਰ ਦੇ ਵਿੱਚ ਅਸੀਂ ਇਹਨਾਂ ਤਿੰਨ ਚੀਜ਼ਾਂ ਤੇ ਹੀ ਗੱਲ ਕਰਾਂਗੇ। ਇਹ ਪਿਲਰਸ ਨੇ ਕਾਰਪੋਰੇਟ ਗਵਰਨੈਂਸ। ਫੁੱਲ ਡਿਸਕਲੋਜ਼ਰ, ਜੇ ਟਰਾਂਸਪੇਰੈਂਸੀ ਹੋਊਗੀ, ਹਰ ਇੱਕ ਚੀਜ਼ ਦਾ ਡਿਸਕਲੋਜ਼ ਕਰੋਗੇ, ਟਾਈਮਲੀ ਡਿਸਕਲੋਜ਼ ਕਰੋਗੇ ਤਾਂ ਉਹ ਜ਼ਰੂਰੀ ਹੈ। ਉਹਦੇ ਨਾਲ ਚੀਜ਼ਾਂ ਨੂੰ ਮੈਨੇਜ ਵਧੀਆ ਢੰਗ ਨਾਲ ਕੀਤਾ ਜਾ ਸਕਦਾ ਹੈ, ਇਨਵੈਸਟਰ ਦਾ ਟਰਸਟ ਗੇਨ ਕੀਤਾ ਜਾ ਸਕਦਾ ਹੈ। ਤੇ ਕਾਰਪੋਰੇਟ ਗਵਰਨੈਂਸ ਦਾ ਇਹ ਇੰਪੋਰਟੈਂਟ ਐਸਪੈਕਟ ਹੈ ਕਿ ਹਰ ਇੱਕ ਕਮਿਊਨੀਕੇਸ਼ਨ ਅੱਛਾ ਹੋਣਾ ਚਾਹੀਦਾ ਹੈ, ਡਿਸਕਲੋਜ਼ ਹਰ ਇੱਕ ਚੀਜ਼ ਕਰਨੀ ਚਾਹੀਦੀ ਹੈ ਜੋ ਡਿਸਕਲੋਜ਼ ਕੀਤੀ ਜਾਣੀ ਚਾਹੀਦੀ ਹੈ। ਐ ਨਹੀਂ ਕਿ ਟ੍ਰੇਡ ਸੀਕ੍ਰੇਟ ਡਿਸਕਲੋਜ਼ ਕਰ ਦੋ, ਉਹ ਗੱਲ ਇੱਥੇ ਨਹੀਂ ਹੁੰਦੀ। ਤੇ ਸਾਡਾ ਕਾਰਪੋਰੇਟ ਗਵਰਨੈਂਸ ਦੇ ਸੈਕਿੰਡ ਲੈਕਚਰ ਸੀਗਾ। ਥਰਡ ਲੈਕਚਰ ਦੇ ਵਿੱਚ ਅਸੀਂ ਗੁੱਡ ਕਾਰਪੋਰੇਟ ਗਵਰਨੈਂਸ ਦੇ ਕੀ ਐਲੀਮੈਂਟਸ ਹੁੰਦੇ ਨੇ ਜੋ ਅਸੀਂ ਆਲਮੋਸਟ ਸਮਝਾਂਗੇ, ਬੜੇ ਆਰਾਮ ਨਾਲ ਸਮਝ ਜਾਵਾਂਗੇ। ਤੇ ਉਹਦੇ ਪ੍ਰਿੰਸੀਪਲਸ ਕੀ ਨੇ? ਵੈਸੇ ਤਾਂ ਪ੍ਰਿੰਸੀਪਲਸ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕਿਆ। देयर आर 3 पिलर्स, 3 और 4 ਮੇਰੇ ਤਿੰਨ ਧਿਆਨ ਦੇ ਵਿੱਚ ਨੇ। ਫੇਅਰਨੈਸ, ਟਰਾਂਸਪੇਰੈਂਸੀ, ਅਕਾਊਂਟੇਬਿਲਿਟੀ। ਉਹਨਾਂ ਬਾਰੇ ਅਸੀਂ ਗੱਲ ਕਰਾਂਗੇ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇ ਤੁਸੀਂ ਸਿੱਖਦੇ ਰਹਿਣਾ ਚਾਹੁੰਦੇ ਹੋ। ਜੇ ਸਿੱਖਦੇ ਰਹਿਣਾ ਚਾਹੁੰਦੇ ਹੋ ਤਾਂ ਉਸ ਤੋਂ ਇਲਾਵਾ ਵੀ ਕਈ ਹੋਰ ਮੈਥਡ ਹੁੰਦੇ ਨੇ, ਪਰ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਡੇ ਨਾਲ ਜੁੜੇ ਰਹੋ। ਇਸ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਟਾਈਮ ਤੋਂ ਟਾਈਮ ਤੁਹਾਨੂੰ ਵੀਡੀਓ ਲੈਕਚਰਸ ਬੀਕੌਮ ਫਾਈਨਲ ਈਅਰ ਨੂੰ ਲੈ ਕੇ ਮਿਲਦੇ ਰਹਿਣਗੇ। ਸਾਡੀ ਕੋਸ਼ਿਸ਼ ਇਹੀ ਰਹੇਗੀ ਕਿ ਤੁਹਾਡੇ ਐਗਜ਼ਾਮ ਸਟਾਰਟ ਹੋਣ ਤੋਂ ਪਹਿਲਾਂ ਅਸੀਂ ਵੱਧ ਤੋਂ ਵੱਧ ਵੀਡੀਓ ਲੈਕਚਰਸ, ਵੱਧ ਤੋਂ ਵੱਧ ਸਿਲੇਬਸ ਕਵਰ ਕਰਦੇ ਹੋਏ ਕੰਟੈਂਟ ਅਪਲੋਡ ਕਰ ਦਈਏ, ਤਾਂ ਜੋ ਕੋਵਿਡ-19 ਕਰਕੇ ਤੁਹਾਡੇ ਸਿਲੇਬਸ ਨਾਲ ਕੰਪਰੋਮਾਈਜ਼ ਹੋਇਆ ਹੈ ਉਸਨੂੰ ਅਸੀਂ ਓਵਰਕਮ ਕਰ ਸਕੀਏ। Thank you and keep learning.